सत श्री अकाल, तुसीं देख रहे हो पंजाब मेल यूएसए टीवी। मैं सुखदीप कौर संधू लेके हाजिर हो प्रोग्राम पंजाब एब्रॉड। हर वार की तरह असीं गलबात करते हैं कि स्टूडेंट वीज़ा जे लगवाना है तो उहदियां की गाइडलाइनस ने। तो अज असीं गलबात करांगे कि कोविड टेस्ट होने के बावजूद भी बहुत सारे स्टूडेंट्स नूं फ्लाइट्स जड़ियां नहीं मिलदियां, बहुत सारियां रुकावटां जड़ियां आ रही ने, उहदे बारे जिहड़ी चर्चा इस प्रोग्राम दे विच कीती जाएगी कि उन्हां दे की रीजन हो सकते हैं। साडे नाल स्टूडियो दे विच मौजूद ने हर वार की तरह अरविंदरपाल जी रॉयल ट्रैवल्स तो। सत श्री अकाल सर, प्रोग्राम दे विच बहुत बहुत स्वागत। सत श्री अकाल मैम और सारे दर्शकों को प्यार भरी सत श्री अकाल जी। सर, मेरा पहला क्वेश्चन यही है कि क्यूबिक दे जिहड़े स्टूडेंट्स ने उन्हां दे रिजल्ट्स छेती नहीं आ रहे, की रीजनस होणगे इन्हां दे? ओके मैम ਅਸੀਂ ਕਾਫੀ ਕੁਝ ਡਿਸਕਸ ਕਰਾਂਗੇ ਬਿਕੋਜ਼ ਇਹ ਹਫਤਾ ਬਹੁਤ ਹੰਗਾਮੇ ਭਰਪੂਰ ਰਿਹਾ। ਅਗਰ ਅਸੀਂ ਇੰਟਰਨੈਸ਼ਨਲ ਟਰੈਵਲ ਇੰਡਸਟਰੀ ਦੇ ਐਜੂਕੇਸ਼ਨ ਇੰਡਸਟਰੀ ਦੀ ਗੱਲ ਕਰੀਏ ਜਾਂ ਪ੍ਰਦੇਸ਼ਾਂ 'ਚ ਜਾਣ ਵਾਲੇ ਬੱਚਿਆਂ ਦੀ ਗੱਲ ਕਰੀਏ ਤਾਂ ਜਿੰਨੀਆਂ ਖਬਰਾਂ ਇਸ ਹਫਤੇ ਬਣੀਆਂ ਨੇ ਸ਼ਾਇਦ ਹੀ ਇੰਨੀ ਗਹਿਮਾ ਗਹਿਮੀ ਜਾਂ ਫਟਾਫਟ ਕੁਛ ਇੱਦਾਂ ਦਾ ਹੋਇਆ ਹੋਵੇ। ਔਰ ਯੈਸ, ਜਿਹੜੇ ਬੱਚੇ ਕੈਨੇਡਾ, ਕਿਉਂਕਿ ਕੈਨੇਡਾ ਸਾਡਾ ਪੰਜਾਬ ਤੋਂ ਸਭ ਤੋਂ ਵੱਧ ਜਿਹੜੇ ਸਟੂਡੈਂਟਸ ਜਾਂਦੇ ਨੇ ਉਹ ਕੈਨੇਡਾ ਜਾਂਦੇ ਆ। ਔਰ ਇੱਕ ਬਹੁਤ ਵੱਡਾ ਤਬਕਾ ਸਾਡੇ ਸਟੂਡੈਂਟਸ ਦਾ, ਬਿਕੋਜ਼ ਪਿੱਛੇ ਬਹੁਤ ਜ਼ਿਆਦਾ ਮਾਰਕੀਟਿੰਗ ਹੋਈ ਕਿਊਬਿਕ ਨੂੰ ਬਹੁਤ ਵੱਡਾ ਤਬਕਾ ਸਾਡੇ ਸਟੂਡੈਂਟਸ ਦਾ ਜਾਣ ਲੱਗ ਗਿਆ। ਔਰ ਕਿਊਬਿਕ ਦੇ ਵਿੱਚ ਹਾਲਾਤ ਇਹ ਨੇ ਕਿ ਉੱਥੇ ਐਪਲੀਕੇਸ਼ਨਸ ਜਿਹੜੀਆਂ ਰੁਕੀਆਂ ਹੋਈਆਂ ਨੇ ਪਿਛਲੇ ਲਾਈਕ ਕੋਈ 6 ਮਹੀਨੇ ਕਿਸੇ ਸਾਲ, ਸੋ ਸਾਲ ਤੋਂ ਐਪਲੀਕੇਸ਼ਨਸ ਰੁਕੀਆਂ ਹੋਈਆਂ ਜਿਨ੍ਹਾਂ ਦੇ ਫੈਸਲੇ ਨਹੀਂ ਆ ਰਹੇ। ਸੋ ਕਈ ਐਪਲੀਕੇਸ਼ਨਸ ਦੇ ਫੈਸਲੇ ਆ ਵੀ ਚੁੱਕੇ ਨੇ, ਜਿਨ੍ਹਾਂ ਦੀਆਂ ਐਪਲੀਕੇਸ਼ਨਸ ਅਪਰੂਵਲ ਇਨ ਪ੍ਰਿੰਸੀਪਲ ਜਿਨ੍ਹਾਂ ਨੂੰ ਮਿਲ ਚੁੱਕਾ ਹੈ, ਬਟ ਵੀਜ਼ਾ ਸਟੈਂਪਿੰਗ ਨਹੀਂ ਹੋ ਸਕੀ ਜਾਂ ਫਿਜ਼ੀਕਲੀ ਹਾਲੇ ਤੱਕ ਟਰੈਵਲ ਨਹੀਂ ਕੀਤਾ ਜਾ ਸਕਿਆ। ਸੋ ਕਿਊਬਿਕ ਦੇ ਖੇਤਰ 'ਚ ਕੁਛ ਮਸਲੇ ਜ਼ਰੂਰ ਸੀਗੇ ਬਿਕੋਜ਼ ਕਿਊਬਿਕ ਦੇ ਵਿੱਚ ਕੁਛ ਕਾਲਜਸ ਦੇ ਨਾਲ ਗੌਰਮੈਂਟ ਨੂੰ ਪ੍ਰੋਬਲਮ ਸੀ, ਉਹਨਾਂ ਨੂੰ ਫਾਈਨੈਂਸ਼ੀਅਲ ਗੜਬੜੀਆਂ ਕਰਕੇ ਉਹਨਾਂ ਨੂੰ ਹਾਜ਼ਰੀ ਲਵਾਈ ਗਈ। ਸੋ ਉਸ ਤੋਂ ਬਾਅਦ ਇਹ ਮਸਲਾ ਹਾਲੇ ਤੱਕ ਸੁਲਝਿਆ ਨਹੀਂ ਹੈ। ਹਾਲਾਂਕਿ ਕਾਲਜਸ ਨੇ ਆਪਣੀ ਸਫਾਈ ਦੇ ਵਿੱਚ ਕਿਹਾ ਕਿ ਉਹਨਾਂ ਨੇ ਜੋ ਕੁਝ ਸੀਗਾ ਉਹ ਸਭ ਕੁਝ ਸਬਮਿਟ ਕਰਤਾ ਹੈ। ਸੋ ਫਾਈਨਲੀ ਉਮੀਦ ਕੀਤੀ ਜਾ ਰਹੀ ਹੈ ਕਿ ਤਕਰੀਬਨ ਕਾਲਜਸ ਵਾਲਾ ਕੰਮ ਤੇ ਆਲਮੋਸਟ ਦਰੁਸਤ ਹੋ ਗਿਆ। ਪਰ ਜਿਹੜਾ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹ ਕੋਵਿਡ ਦੇ ਚੱਲਦੇ ਜਾਂ ਇਸ ਸਮੇਂ ਦੌਰਾਨ ਉਹਦੇ ਐਸੀ ਸਥਿਤੀ ਵਿੱਚ ਨਹੀਂ ਆ ਕਿ ਇਹ ਜਿੰਨਾ ਕੰਮ ਪੈਂਡਿੰਗ ਆ ਉਹਨੂੰ ਮਿੰਟੋ ਮਿੰਟੀ ਕਰ ਸਕੇ ਜਾਂ ਉਹਨੂੰ ਸ਼ੁਰੂ ਵੀ ਕਰ ਸਕੇ। ਸੋ ਇੱਥੇ ਬਹੁਤ ਤਕੜਾ ਸਵਾਲ ਆ ਬਿਕੋਜ਼ ਐਵਰੀ ਡੇ ਸਾਨੂੰ ਸਟੂਡੈਂਟਸ ਦੀਆਂ ਬਹੁਤ ਸਾਰੀਆਂ ਕਾਲਸ ਆਉਂਦੀਆਂ, ਮੇਰੀ ਐਪਲੀਕੇਸ਼ਨ ਲੱਗੀ ਆ 5 ਮਹੀਨੇ ਹੋ ਗਏ, 6 ਮਹੀਨੇ ਹੋ ਗਏ, ਮੇਰੀ ਵਿਡਰਾਅ ਕਰਕੇ ਦੂਸਰੇ ਪਾਸੇ ਪਾਵਾਂ ਕਿ ਨਹੀਂ ਪਾਵਾਂ, ਸੋ ਮੈਂ ਨਵਾਂ ਕਾਲਜ ਲਵਾਂ ਕਿ ਨਹੀਂ ਲਵਾਂ। ਹੁਣ ਇੱਥੇ ਇੱਕ ਹੋਰ ਸਮੱਸਿਆ ਆਉਂਦੀ ਹੈ ਕਿ ਬਿਕੋਜ਼ ਸਟੂਡੈਂਟਸ ਦੇ ਕੋਲ ਅਗਰ ਸਾਲ ਖੰਡ ਉਹਨਾਂ ਨੂੰ ਅੰਬੈਸੀ ਦੇ ਅੰਦਰ ਲੱਗ ਗਿਆ, ਬਹੁਤ ਸਾਰੇ ਬੱਚਿਆਂ ਦੇ ਆਈਲੈਟਸ ਦੇ ਸਰਟੀਫਿਕੇਟ ਐਕਸਪਾਇਰ ਹੋ ਜਾਂਦੇ ਆ। ਸੋ ਜਦੋਂ ਤੁਸੀਂ ਕੱਢ ਕੇ ਦੂਸਰੇ ਪਾਸੇ ਲਾਉਂਦੇ ਹੋ, ਉਹ ਨਵੀਂ ਐਪਲੀਕੇਸ਼ਨ ਦੇ ਵਿੱਚ ਫਿਰ ਪੰਗਾ ਆ ਕਿ ਤੁਸੀਂ ਬਿਕੋਜ਼ ਉਹਦੇ ਲਈ ਤੁਸੀਂ ਅੱਜ ਤੁਹਾਡੇ ਡਾਕੂਮੈਂਟਸ ਵੈਲਿਡ ਚਾਹੀਦੇ ਆ। ਸੋ ਸਟੂਡੈਂਟਸ ਨੂੰ ਆਪਣੇ ਆਈਲੈਟਸ ਟੈਸਟ ਰੀਰਾਈਟ ਕਰਨੇ ਪੈਂਦੇ ਆ, ਦੁਬਾਰਾ ਪੇਪਰ ਦੇਣੇ ਪੈਂਦੇ ਆ। ਸੋ ਮੇਰੀ ਇੱਕ ਜੈਨੂਨ ਦੀ ਸਲਾਹ ਆ ਸਭ ਨੂੰ ਕਿ ਤੁਸੀਂ ਬਹੁਤ ਸਮਾਂ ਸਟੂਡੈਂਟਸ ਨੇ ਵੇਟ ਕੀਤਾ ਕਿਊਬਿਕ ਦੇ ਵਿੱਚ ਐਪਲੀਕੇਸ਼ਨ ਨੂੰ ਲਾ ਕੇ। ਔਰ ਅਗਰ ਅਸੀਂ ਇਹਨੂੰ ਮੋਟੇ ਤੌਰ 'ਤੇ ਵੇਖੀਏ, ਜਿਹੜਾ ਕਿ ਗੌਰਮੈਂਟ ਦਾ ਨਜ਼ਰੀਆ ਆ, ਸਰਕਾਰ ਦਾ, ਕੈਨੇਡੀਅਨ ਸਰਕਾਰ ਦਾ ਨਜ਼ਰੀਆ ਆ, ਜਿਹੜੀ ਫੈਡਰਲ ਪਾਲਿਸੀ ਆ ਉਹ ਬਹੁਤ ਜ਼ਿਆਦਾ ਸਟੂਡੈਂਟ ਪੱਖੀ ਰਹੀ ਹੈ। ਸੋ ਉਹਦੇ ਵਿੱਚ ਅਸੀਂ ਹੁਣੇ ਨੁਕਤਾਚੀਨੀ ਕਰਨ ਲੱਗ ਪਈਏ ਵੀ ਬਹੁਤ ਬੁਰਾ ਕਰਨ ਲੱਗ ਜਾਈਏ ਬਿਕੋਜ਼ ਕਿਊਬਿਕ ਨੂੰ ਲੈ ਕੇ ਬਹੁਤ ਸਾਰੇ ਸਟੂਡੈਂਟਸ ਨੇ ਧਰਨੇ ਪ੍ਰਦਰਸ਼ਨ ਚਾਲੂ ਨੇ। ਬਹੁਤ ਸਾਰੀਆਂ ਅੰਬੈਸੀ, ਜਿਹੜੀ ਦਿੱਲੀ ਅੰਬੈਸੀ ਜਾਂ ਚੰਡੀਗੜ੍ਹ ਅੰਬੈਸੀ, ਉਹਦਾ ਘਿਰਾਵ ਕੀਤਾ ਜਾ ਰਿਹਾ ਸਟੂਡੈਂਟਸ ਵੱਲੋਂ ਬਿਕੋਜ਼ ਉਹ ਸਾਡੇ ਹੀ ਭੈਣ ਭਾਈ ਜਾਂ ਸਾਡੇ ਹੀ ਬੱਚੇ ਨੇ। ਔਰ ਉਹਨਾਂ ਨੂੰ ਵੀ ਲੱਗਦਾ ਕਿ ਸਾਡੇ ਨਾਲ ਧੱਕਾ ਹੋ ਰਿਹਾ ਤਾਂ ਅਸੀਂ ਫਟਾਫਟ ਅੰਬੈਸੀ ਦਾ ਕੁੰਡਾ ਖੜਕਾਈਏ, ਨਹੀਂ ਤਾਂ ਅੰਬੈਸੀ ਨੇ ਡਾਂਗ ਸੋਟਾ ਇੱਕ ਪਾਸਾ ਕਰ ਲਈਏ। ਸੋ ਜਿੱਥੇ ਤੁਸੀਂ ਇੰਨਾ ਸਮਾਂ ਵੇਟ ਕੀਤਾ ਆ ਉੱਥੇ ਵੇਟ ਕਰੋ ਬਿਕੋਜ਼ ਇੱਕਦਮ ਤੁਸੀਂ ਕੁਛ ਵੀ ਕਰਕੇ ਜਿੰਨੀ ਦੇਰ ਨੂੰ ਅਗਲੀ ਐਪਲੀਕੇਸ਼ਨ ਪਾਉਣੀ ਆ, ਇਹ ਆਲਰੇਡੀ ਐਪਲੀਕੇਸ਼ਨ ਤੁਹਾਡੀ ਅੰਬੈਸੀ ਦੇ ਅੰਦਰ ਹੈ। ਸੋ ਹੋ ਸਕਦਾ ਉਸ ਤੋਂ ਪਹਿਲਾਂ ਬਿਕੋਜ਼ ਨਵੀਂ ਐਪਲੀਕੇਸ਼ਨ ਪਾਉਣ ਨੂੰ ਤੁਹਾਨੂੰ ਮਹੀਨਾ, 2 ਮਹੀਨੇ, 3 ਮਹੀਨੇ ਲੱਗ ਜਾਣੇ ਆ। ਸੈਪਟੰਬਰ ਦੀਆਂ ਕਲਾਸਿਸ ਨੇ ਨਵੀਆਂ ਜਿਹੜੀਆਂ, ਸੋ ਇਹ ਆਲਰੇਡੀ ਅੰਬੈਸੀ ਦੇ ਵਿੱਚ ਆ। ਸੋ ਜਿਹੜੇ ਤੁਸੀਂ 2 ਮਹੀਨੇ ਹੋਮਵਰਕ ਕਰਕੇ ਅੰਬੈਸੀ ਜਾਣਾ ਆ, ਇਹ ਆਲਰੇਡੀ ਉਸ ਪੜਾਅ ਦੇ ਉੱਪਰ ਪਹੁੰਚੀ ਹੋਈ ਹੈ। ਔਰ ਐਡੀਸ਼ਨਲ ਕੁਛ ਕਾਸਟ ਨਹੀਂ ਕਰਨੀ ਇਹਦੇ ਵਿੱਚ ਬਿਕੋਜ਼ ਤੁਸੀਂ ਸਾਰੀਆਂ ਚੀਜ਼ਾਂ ਪੂਰੀਆਂ ਕਰਕੇ ਅੰਬੈਸੀ ਨੂੰ ਦਿੱਤੀਆਂ ਨੇ। ਅੱਜ ਕੁਛ ਨਵੇਂ ਸਿਰਿਓਂ ਕਰੋਗੇ, ਯੈਸ ਉਹਦੇ 'ਚ ਖਰਚੇ ਵੀ ਹੋਣਗੇ। ਸੋ ਇਸ ਕਰਕੇ ਜਿੱਥੇ ਇੰਨਾ ਸਮਾਂ ਸਬਰ ਕੀਤਾ ਹੈ ਉੱਥੇ ਥੋੜ੍ਹਾ ਸਬਰ ਕਰੋ। ਔਰ ਕੈਨੇਡੀਅਨ ਸਰਕਾਰ ਦਾ ਰਵੱਈਆ ਬਹੁਤ ਪੋਜ਼ਿਟਿਵ ਰਿਹਾ ਹਮੇਸ਼ਾ, ਕਿਉਂਕਿ ਉਹਦੇ ਵਿੱਚ ਸਟੂਡੈਂਟਸ ਦੇ ਹਮੇਸ਼ਾ ਹੀ ਫਾਇਦੇ ਦੀ ਗੱਲ ਹੈ ਔਰ ਇਹਦੇ ਨਾਲ ਹੀ ਕੈਨੇਡਾ ਦੇ ਵੀ ਫਾਇਦੇ ਦੀ ਗੱਲ ਹੈ। ਸੋ ਇਸ ਕਰਕੇ ਸਟੂਡੈਂਟਸ ਨੂੰ ਟਰਸਟ ਕਰਨਾ ਚਾਹੀਦਾ ਕਿ ਜਿਹੜੀ ਸਰਕਾਰ ਨੇ ਸਾਡੇ ਲਈ ਇੱਦਾਂ ਦਾ ਵਧੀਆ ਰਾਹ ਬਣਾਇਆ, ਜਿਹਨੇ ਸਾਡੇ ਲਈ ਇੰਨਾ ਸੋਹਣੇ ਪ੍ਰੋਗਰਾਮ ਬਣਾਏ, ਜਿਹਨੇ ਸਾਡੇ ਬੱਚਿਆਂ ਨੂੰ ਸੈਟਲਮੈਂਟਸ ਦਿੱਤੀਆਂ, ਐਡਜਸਟਮੈਂਟਸ ਦਿੱਤੀਆਂ, ਹਾਇਰ ਐਜੂਕੇਸ਼ਨ ਦੇ ਨਾਮ 'ਤੇ ਬੱਚਿਆਂ ਨੂੰ ਫਾਈਨੈਂਸ਼ੀਅਲ ਇੰਡੀਪੈਂਡੈਂਸ ਦਿੱਤਾ ਹੈ। ਸੋ ਬਹੁਤ ਅਸੀਂ ਅਗਰ ਅਹਿਸਾਨਾਂ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਬਹੁਤ ਪੋਜ਼ਿਟਿਵ ਐਟੀਟਿਊਡ ਆ ਪੰਜਾਬ ਦੇ ਸਟੂਡੈਂਟਸ ਲਈ। ਸੋ ਇਸ ਕਰਕੇ ਤੁਸੀਂ ਬਣੇ ਰਹੋ, ਆਪਣੀ ਉਸੇ ਰਫਤਾਰ ਨਾਲ, ਉਸੇ ਸੰਯਮ ਦੇ ਨਾਲ, ਉਸੇ ਭਰੋਸੇ ਦੇ ਨਾਲ ਲੱਗੇ ਰਹੋ। ਔਰ ਜਿਹੜੀ ਪ੍ਰਦਰਸ਼ਨ ਦੀ ਗੱਲ ਆ, ਜਿਹੜੀ ਤੁਸੀਂ ਅੰਬੈਸੀਜ਼ ਦੇ ਮੂਹਰੇ ਜਾ ਕੇ ਕਰਦੇ ਹੋ,
ਉਹ ਠੀਕ ਹੈ, ਅਸੀਂ ਆਪਣਾ ਜਿਹੜਾ ਮਤਲਬ ਢਿੱਡ ਫੋਲ ਕੇ ਦਿਖਾ ਦਿੰਦੇ ਆ ਵੀ ਅਸੀਂ ਜੋ ਸਾਡੇ ਮਨ 'ਚ ਹੈਗਾ ਅਸੀਂ ਵੀ ਜਸਟ ਸਪਿਟ ਇਟ ਆਊਟ, ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਕਰਦੇ ਹਾਂ। ਬਟ ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਪਊਗਾ ਕਿ ਵੀਜ਼ਾ ਬੇਸਿਕਲੀ ਰਾਈਟ ਨਹੀਂ ਹੈਗਾ। ਵੀਜ਼ਾ ਇਜ਼ ਨਾਟ ਲਾਈਕ ਅ ਹਿਊਮਨ ਰਾਈਟ। ਹਾਂ, ਇਹਨੂੰ ਕੈਨੇਡੀਅਨ ਅਗਰ ਤੁਸੀਂ ਪ੍ਰੋਟੈਸਟ ਕਰਦੇ ਹੋ ਕਿ ਕੈਨੇਡੀਅਨ ਹਿਊਮਨ ਰਾਈਟਸ ਦੇ ਤਰੀਕੇ ਨਾਲ ਇਹਨੂੰ ਜੱਜ ਕੀਤਾ ਜਾ ਸਕਦਾ ਕਿ ਯਾਰ ਸਟੂਡੈਂਟਸ ਪਰੇਸ਼ਾਨੀ ਨਾ, ਤੇ ਇਹਨਾਂ ਦਾ ਫੈਸਲਾ ਜਲਦੀ ਕਰ ਦਈਏ। ਬਟ ਪ੍ਰੈਕਟੀਕਲੀ ਇਹ ਹਿਊਮਨ ਰਾਈਟ ਦੀ ਅਗਰ ਖਾਤੇ 'ਚ ਨਹੀਂ ਆਉਂਦਾ, ਬਿਕੋਜ਼ ਵੀਜ਼ਾ ਪ੍ਰਿਵਿਲੇਜ ਆ। ਸੋ ਵੀਜ਼ਾ ਇੱਕ ਪ੍ਰਿਵਿਲੇਜ ਆ, ਇਹ ਰਾਈਟ ਨਹੀਂ ਆ। ਔਰ ਇਹ ਗੱਲ ਇੱਕ ਵਾਰੀ ਪਹਿਲਾਂ ਵੀ ਹੋ ਚੁੱਕੀ ਹੈ, 2007 ਦੇ ਵਿੱਚ ਸਟੂਡੈਂਟਸ ਦੀ ਜਗ੍ਹਾ ਤੇ ਇਮੀਗ੍ਰੈਂਟਸ ਸੀਗੇ ਬਹੁਤ ਜ਼ਿਆਦਾ। ਸੋ ਬਹੁਤ ਸਾਰੇ ਇਮੀਗ੍ਰੈਂਟ ਦੀਆਂ ਖਾਸ ਕਰਕੇ ਟੀਚਰਸ ਦੀਆਂ ਫਾਈਲਸ ਲੱਗੀਆਂ ਸੀ ਇਮੀਗ੍ਰੇਸ਼ਨ ਦੀਆਂ। ਸੋ ਕੈਨੇਡਾ 'ਚ ਪਹਿਲਾਂ ਪਾਲਿਸੀ ਸੀ ਕਿ ਤੁਸੀਂ ਅਗਰ ਇਮੀਗ੍ਰੇਸ਼ਨ ਤੁਹਾਡੀ ਪੈ ਜਾਂਦੀ ਸੀ ਤਾਂ ਨਿਕਲਦੀ ਜ਼ਰੂਰ ਸੀ। ਮੀਨਸ ਉਦੋਂ ਸੀਗਾ ਕਿ ਐਪਲੀਕੇਸ਼ਨ ਨੂੰ ਪੂਲ 'ਚ ਨਹੀਂ ਜਾਂਦੀਆਂ ਸੀ। ਸੋ ਐਪਲੀਕੇਸ਼ਨ ਅਗਰ ਅਸੈਪਟ ਹੋ ਗਈ ਐਮਬੈਸੀ 'ਚ ਤਾਂ ਉਹਦਾ ਫੈਸਲਾ ਆ ਜਾਂਦਾ ਸੀ। ਸੋ ਇਸੇ ਲਹਿਜ਼ੇ ਦੇ ਇਸੇ ਚੱਕਰ ਦੇ ਵਿੱਚ ਜਿਨ੍ਹਾਂ ਨੇ PR ਦੀ ਐਪਲੀਕੇਸ਼ਨ ਲਾਈ ਸੀ, ਬਹੁਤ ਸਾਰੇ ਟੀਚਰ ਸੀ ਜਾਂ ਬਹੁਤ ਵੱਡੀ ਜਮਾਤ ਸੀ ਇੱਕ ਜਿਨ੍ਹਾਂ ਨੇ ਐਪਲੀਕੇਸ਼ਨਸ ਲਾਈਆਂ ਸੀ, 10-10 ਸਾਲ ਵੇਟ ਕੀਤੀਆਂ, ਨਾ ਕਿਸੇ ਨੇ ਪਲਾਟ ਲਿਆ, ਨਾ ਕਿਸੇ ਨੇ ਗੱਡੀ ਖਰੀਦੀ, ਇਹ ਸੋਚ ਕੇ ਕਿ ਚੱਲ ਚਲੀ ਜਾਣਾ, ਨਾ ਕਿਸੇ ਨੇ ਘਰ ਬਣਾਇਆ ਇਹ ਸੋਚ ਕੇ ਵੀ ਚੱਲ ਕੱਲ ਨੂੰ ਚਲੀ ਜਾਣਾ, ਬਿਕੋਜ਼ ਕੈਨੇਡਾ ਇਸੇ ਆਟੋਮੇਸ਼ਨ ਤੇ ਰਹਿੰਦਾ। ਉਦੋਂ PR ਆਟੋਮੈਟਿਕ ਸੀ। ਸੋ ਇਸ ਕਰਕੇ ਜਿਨ੍ਹਾਂ ਦੀ ਐਪਲੀਕੇਸ਼ਨਸ ਅਸੈਪਟ ਹੋ ਗਈਆਂ ਸੀ ਉਹ ਸਿਰਫ ਵੇਟ ਕਰਦੇ ਸੀ ਕਿ ਅੱਜ ਵਾਰੀ ਆਏਗੀ ਕਿ ਕੱਲ ਵਾਰੀ ਆਏਗੀ। ਸੋ ਕੈਨੇਡਾ ਨੇ 2017 ਚ ਆਲਮੋਸਟ 10 ਸਾਲ ਬਾਅਦ ਐਪਲੀਕੇਸ਼ਨ ਸਭ ਰੱਦ ਕਰਤੀਆਂ, ਇਹ ਕਹਿੰਦੇ ਹੋਏ ਕਿ ਸਾਡੇ ਕੋਲ ਇਸ ਕੈਟਾਗਰੀ 'ਚ ਬਹੁਤ ਐਪਲੀਕੇਸ਼ਨਸ ਨੇ, ਸੋ ਇਹਨਾਂ ਨੂੰ ਅਸੀਂ ਵੀਜ਼ਾ ਨਹੀਂ ਪ੍ਰੋਸੈਸ ਕਰ ਸਕਦੇ। ਸੋ ਉਦੋਂ ਵੀ ਬਹੁਤ ਸਾਰੇ ਜਿਹੜੇ ਟੀਚਰਸ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ, ਕਈਆਂ ਨੇ ਐਮਬੈਸੀ ਤੇ ਕੇਸ ਤੱਕ ਕੀਤੇ। ਬਟ ਅਲਟੀਮੇਟਲੀ ਕਈਆਂ ਨੇ ਜੋ ਕੁਝ ਵੀ ਤੁਸੀਂ ਕੀਤਾ ਹੈ, ਚਾਹੇ ਪ੍ਰੋਟੈਸਟ, ਮੁਜ਼ਾਹਰੇ, ਕੇਸ, ਕੁਝ ਵੀ ਕੀਤਾ, ਫੈਸਲਾ ਇਹੀ ਸੀਗਾ ਕਿ ਜੋ ਮੈਂ ਹੁਣੇ ਬੋਲਿਆ ਕਿ ਵੀਜ਼ਾ ਪ੍ਰਿਵਿਲੇਜ ਆ। ਸੋ ਕਿਸੇ ਦੇ ਘਰ ਵੜਨ ਦਾ ਸਾਨੂੰ ਅਖਤਿਆਰ ਨਹੀਂ ਹੈਗਾ, ਸਾਨੂੰ ਉਹਦੀ ਪਰਮਿਸ਼ਨ ਚਾਹੀਦੀ ਹੈ। ਸੋ ਇਸੇ ਕਰਕੇ ਇਹ ਪ੍ਰਿਵਿਲੇਜ ਸੀਗੀ ਕਿ ਜਿਹੜੀ ਤੁਹਾਨੂੰ ਦਿੱਤੀ ਜਾਣੀ ਸੀ। ਸੋ ਸੇਮ ਹੈਪਨਸ ਵਿਦ ਸਟੂਡੈਂਟਸ ਟੁਡੇ। ਸੋ ਇਹ ਕੈਨੇਡਾ ਸਾਡੇ ਲਈ ਹਮੇਸ਼ਾ ਪੋਜ਼ਿਟਿਵ ਰਿਹਾ ਹੈ। ਸੋ ਅਸੀਂ ਬਹੁਤ ਜ਼ਿਆਦਾ ਲਾਈਕ ਕਿਸੇ ਟਾਈਮ ਸਿਸਟਮ ਨੂੰ ਪੁੱਠਾ ਸਿੱਧਾ ਕਰਕੇ ਕੁਛ ਇੱਦਾਂ ਦਾ ਨਾ ਕਰ ਲਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਭੈਣ ਭਾਈ ਨੇ, ਸਾਡੇ ਫਰਦਰ ਬੱਚੇ ਜਿਨ੍ਹਾਂ ਨੇ ਜਾਣੇ ਆ, ਅਸੀਂ ਕੁਛ ਉਹਨਾਂ ਲਈ ਮੁਸ਼ਕਲਾਂ ਖੜੀਆਂ ਕਰ ਲਈਏ। ਬਿਕੋਜ਼ ਇਸ ਸਮੇਂ ਕੈਨੇਡਾ ਔਰ ਇੰਡੀਆ ਇਹ ਅਸੀਂ ਦੋਨੋਂ ਵਿਨ ਸਿਚੁਏਸ਼ਨ ਦੇ ਉੱਪਰ ਆ ਕਿ ਸਾਡੇ ਸਟੂਡੈਂਟਸ ਉੱਧਰ ਜਾਂਦੇ ਆ ਔਰ ਉਹਨਾਂ ਨੂੰ ਇਮੀਗ੍ਰੈਂਟਸ ਚਾਹੀਦੇ ਨੇ, ਉਹ ਸਾਡੇ ਕੋਲੋਂ ਬਿਹਤਰ ਇਮੀਗ੍ਰੈਂਟਸ ਜਾਂਦੇ ਆ। ਇੰਗਲਿਸ਼ ਸਪੀਕਿੰਗ ਡੈਸਟੀਨੇਸ਼ਨ ਆ, ਸੋ ਇੱਥੇ ਚੰਗੇ ਅੰਗਰੇਜ਼ੀ ਦੇ ਜਿਹੜੇ ਜਾਣਕਾਰ ਆ ਬੱਚੇ ਆ। ਸੋ ਅੱਜ ਕੱਲ੍ਹ ਤੁਸੀਂ ਵੇਖੋਗੇ ਆਮ ਬੱਚਿਆਂ ਦੇ 7-8 ਬੈਂਡ ਹੁੰਦੇ ਆ ਔਰ ਕਿਸੇ ਜ਼ਮਾਨੇ 5.5 ਬੈਂਡ ਲੈਣੇ ਔਖੇ ਹੁੰਦੇ ਸੀ। ਸੋ ਸਾਡਾ ਇੰਟੈਲੈਕਚੁਅਲ ਲੈਵਲ ਬੱਚਿਆਂ ਦਾ ਗਰੋ ਹੋਇਆ, ਸਾਡੀ ਲੈਂਗੁਏਜ ਦੀ ਜਿਹੜੀ ਐਬਿਲਿਟੀ ਆ ਉਹ ਗਰੋ ਹੋਈ ਆ। ਸੋ ਇਸ ਕਰਕੇ ਜਿਹੜਾ ਚੱਲਦਾ ਆ ਉਹਨੂੰ ਚੱਲ ਲੈਣ ਦੀ ਹੈ। ਸੋ ਓਬਵੀਅਸਲੀ ਅਗਰ ਤੁਹਾਡਾ ਮਹੀਨਾ 2 ਮਹੀਨੇ ਰਿਜ਼ਲਟ ਨਹੀਂ ਆਉਂਦਾ ਜਾਂ ਫਾਈਨਲੀ ਗਵਰਨਮੈਂਟ ਡਿਕਲੇਅਰ ਕਰ ਦੂਗੀ ਕਿ ਇਹ ਵਾਲਾ ਪਾਸਾ ਤੋੜਨਾ ਨਹੀਂ ਆ, ਫਿਰ ਅਸੀਂ ਨਵੇਂ ਪੱਖ ਨੂੰ ਚੱਲ ਸਕਦੇ ਹਾਂ। ਬਟ ਫਿਲਹਾਲ ਜਿਹੜੀ ਉਮੀਦ ਹੈ, ਜੋ ਮੇਰਾ ਆਪਣਾ ਐਕਸਪੀਰੀਅੰਸ ਹੈ ਕਿ ਇਹ ਮਸਲਾ ਇੱਦਾਂ ਹੀ ਬੈਠਿਆਂ ਹੱਲ ਹੋ ਜਾਊਗਾ। ਜਿੰਨੀਆਂ ਐਪਲੀਕੇਸ਼ਨਸ ਲੱਗੀਆਂ ਨੇ ਉਹਨਾਂ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ, ਅੱਜ ਨਹੀਂ ਤਾਂ ਕੱਲ ਤੁਸੀਂ ਵੇਖੋ ਬਹੁਤ ਕੁਇਕਲੀ ਇਹ ਬਿਲਕੁਲ ਉਸੇ ਤਰੀਕੇ ਨਾਲ ਸਮੂਥ ਪ੍ਰੋਸੈਸਿੰਗ ਸਟਾਰਟ ਹੋ ਜਾਏਗੀ ਜੀ। ਅਸੀਂ ਹੁਣ ਗੱਲ ਕੀਤੀ ਹੈ ਜਿਹੜੀਆਂ ਪੈਂਡਿੰਗ ਐਪਲੀਕੇਸ਼ਨਸ ਨੇ, ਉਹਦੀ ਗੱਲ ਤਾਂ ਵੱਖਰੀ ਹੈ, ਪਰ ਜਿਨ੍ਹਾਂ ਦੇ ਕੋਲ ਮੈਡੀਕਲ ਸਰਟੀਫਿਕੇਟ ਵੀ ਹੈਗੇ ਨੇ, ਕੋਵਿਡ ਦੇ ਟੈਸਟ ਵੀ ਹੈਗੇ ਨੇ, ਉਹਨਾਂ ਨੂੰ ਵੀ ਫਲਾਈਟਸ ਦੇ ਵਿੱਚ ਬੈਠਣ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਉਹਦਾ ਕੀ ਰੀਜ਼ਨ ਹੋ ਸਕਦਾ? ਸੋ ਯੈਸ, ਲਾਸਟ ਵੀਕ ਮੈਂ ਦੱਸਿਆ ਸੀ ਬਹੁਤ ਜ਼ਿਆਦੀਆਂ ਹਲਚਲ ਵਾਲਾ ਸਮਾਂ ਸੀ ਔਰ ਪਹਿਲੀ ਖਬਰ ਇਹੀ ਸੀ ਕਿ ਬਹੁਤ ਸਾਰੇ ਸਟੂਡੈਂਟਸ ਸਮੂਥਲੀ ਜਾਈ ਜਾਂਦੇ ਆ, ਆਲ ਆਫ ਅ ਸਡਨ ਅੱਜ 50 ਬੱਚੇ ਰੋਕਤੇ। ਕਿਉਂ ਰੋਕਤੇ? ਬਿਕੋਜ਼ ਉਹਨਾਂ ਦਾ ਡਾਕੂਮੈਂਟ ਇਨਵੈਲਿਡ ਆ ਰਿਹਾ। GC ਕੀ ਹੈ? ਸੋ ਜਦੋਂ ਤੁਸੀਂ ਐਪਲੀਕੇਸ਼ਨ ਕੈਨੇਡਾ ਦੀ ਐਪਲੀਕੇਸ਼ਨ ਨੂੰ ਪਾਉਂਦੇ ਹੋ, ਸੋ ਗਵਰਨਮੈਂਟ ਆਫ ਕੈਨੇਡਾ ਦੇ ਨਾਲ ਇੱਕ ਜਿਹੜਾ ਖਾਤਾ ਜਿੱਥੇ ਤੁਸੀਂ ਲੌਗਇਨ ਕਰਦੇ ਹੋ ਉਹਨੂੰ GC ਕੀ ਬੋਲਦੇ ਆ। ਸੋ ਸਟੂਡੈਂਟ ਦੀ ਸਾਰੀ ਪ੍ਰੋਸੈਸਿੰਗ, ਸਾਰੀ ਪ੍ਰਕਿਰਿਆ, ਚਾਹੇ ਫਾਈਲਿੰਗ ਦੀ, ਚਾਹੇ ਉਸ ਤੋਂ ਬਾਅਦ ਦੀ, ਚਾਹੇ PR ਤੱਕ ਦੀ, ਸਭ ਕੁਝ ਇਸੇ ਖਾਤੇ 'ਚ ਆਏਗੀ। ਸੋ ਨਾਰਮਲੀ ਏਜੰਟਸ ਨੇ ਫਾਈਲ ਕੀਤਾ ਹੁੰਦਾ ਔਰ ਉਸ ਤੋਂ ਬਾਅਦ ਵੀਜ਼ਾ ਆ ਗਿਆ, ਵੀਜ਼ਾ ਪਾਸਪੋਰਟ ਤੇ ਆ ਗਿਆ, ਕਿਸੇ ਨੇ GC ਕੀ ਚੈੱਕ ਨਹੀਂ ਕੀਤੀ। ਔਰ ਅੰਬੈਸੀ ਦੀ ਵੀ ਗਲਤੀ ਇਹ ਹੈ ਕਿ ਅੰਬੈਸੀ ਨੇ ਸਟੂਡੈਂਟਸ ਨੂੰ ਕਮਿਊਨੀਕੇਟ ਨਹੀਂ ਕੀਤਾ। ਸੋ ਸਟੂਡੈਂਟਸ ਦਾ ਜੱਥਾ ਪਹੁੰਚਿਆ, ਸੋ ਜਿੱਦਾਂ ਹੀ 에ਅਰਪੋਰਟ ਦੇ ਉੱਪਰ ਔਰ ਸਭ ਦੇ ਇਨਵੈਲਿਡ ਡਾਕੂਮੈਂਟ ਆ ਗਏ ਔਰ ਉਹਦੀ ਕਮਿਊਨੀਕੇਸ਼ਨ ਇੱਥੋਂ ਤੱਕ ਕਿ ਇਮੀਗ੍ਰੇਸ਼ਨ ਦੇ ਕੋਲ ਨਹੀਂ ਸੀ ਕਿ ਇਨਵੈਲਿਡ ਕੀ ਆ। ਬਿਕੋਜ਼ ਜਨਰਲੀ ਹੁੰਦਾ ਕਿ ਤੁਹਾਡਾ ਵੀਜ਼ਾ ਜਾਂ ਅਪਰੂਵਲ ਹੈ ਜਾਂ ਡਿਨਾਈਡ ਹੈ। ਸੋ ਪਾਸਪੋਰਟ ਦੇ ਉੱਪਰ ਵੀਜ਼ਾ ਲੱਗਾ, ਸਟੂਡੈਂਟ ਨੇ ਖੁਦ ਅਪੀਅਰ ਹੋ ਕੇ ਲਿਆ, ਪਾਸਪੋਰਟ ਖੁਦ ਰਿਸੀਵ ਕੀਤਾ ਐਂਡ ਹੀ ਡੋਂਟ ਬਿਲੀਵ ਕਿ ਇਨਵੈਲਿਡ ਤਾਂ ਹੋ ਨਹੀਂ ਸਕਦਾ, ਰਾਈਟ। ਸੋ ਪਹਿਲੇ 2 ਦਿਨ ਤਾਂ ਇਹ ਸਮਝਣ ਨੂੰ ਲੱਗੇ ਕਿ ਹੈ ਕੀ ਹੈ। ਸੋ ਪਹਿਲੇ ਦਿਨ 50 ਸਟੂਡੈਂਟ, ਦੂਏ ਦਿਨ ਅਗੇਨ 40 ਸਟੂਡੈਂਟ ਸਟਕ ਸੀ ਜਿਨ੍ਹਾਂ ਨੂੰ ਨਹੀਂ ਚੜ੍ਹਨ ਦਿੱਤਾ ਗਿਆ। ਸੋ ਫਾਈਨਲੀ ਬਹੁਤ ਦੇਰ ਬਾਅਦ, ਚਲੋ ਦੇਰ ਆਏ ਦਰੁਸਤ ਆਏ, ਅੰਬੈਸੀ ਨੇ ਕਮਿਊਨੀਕੇਟ ਕਰਨਾ ਸ਼ੁਰੂ ਕੀਤਾ। ਸੋ ਕੈਨੇਡੀਅਨ ਹਾਈ ਕਮਿਸ਼ਨ ਨੇ ਇੱਕ ਨੋਟ ਜਾਰੀ ਕੀਤਾ ਜਿਹਦੇ 'ਚ ਇਹ ਦੱਸਿਆ ਗਿਆ ਕਿ ਸਟੂਡੈਂਟਸ ਤੇ ਜਿਨ੍ਹਾਂ ਦੇ ਐਪਲੀਕੇਸ਼ਨਸ ਸਾਲ ਤੋਂ ਵੱਧ
ਲੱਗੀਆਂ ਸੀ ਜਾਂ ਜਿਹਨੇ ਐਪਲੀਕੇਸ਼ਨ ਲਾਈ ਸੀ ਉਸ ਤੋਂ ਬਾਅਦ 1 ਸਮੈਸਟਰ ਇੱਥੇ ਕਰ ਲਿਆ, ਵੀਜ਼ਾ ਆ ਗਿਆ, ਟਰੈਵਲ ਨਹੀਂ ਕੀਤਾ, ਜਾਂ ਐਪਲੀਕੇਸ਼ਨ ਅਪਰੂਵ ਹੋ ਗਈ, ਵੀਜ਼ਾ ਪ੍ਰੋਸੈਸ ਲੇਟ ਹੋਇਆ ਜਾਂ ਬਾਇਓਮੈਟ੍ਰਿਕ ਲੇਟ ਹੋਏ, ਕਿਸੇ ਵੀ ਕਾਰਨ ਕਰਕੇ ਜਿਹੜਾ ਵੀਜ਼ਾ ਉਹ ਅੱਜ ਆਇਆ ਆ ਔਰ ਸਟੂਡੈਂਟ ਅੱਜ ਚੱਲਣ ਲੱਗਾ ਆ, ਜਿਹਦਾ ਕਿਸੇ ਦਾ ਵੀ ਮੈਡੀਕਲ 1 ਸਾਲ ਪੁਰਾਣਾ ਹੋ ਗਿਆ, ਉਹ ਇਨਵੈਲਿਡ ਹੋ ਗਿਆ ਬਿਕੋਜ਼ ਵੈਲਿਡ ਦੀ ਜਿਹੜੀ ਮੈਡੀਕਲ ਦੀ ਵੈਲਿਡਿਟੀ ਆ ਉਹ 1 ਸਾਲ ਦੀ ਆ। ਸੋ ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਲੰਬੇ ਸਮੇਂ ਲਈ ਜਾ ਰਹੇ ਹੋ, ਸਟੂਡੈਂਟਸ ਨੂੰ ਹਮੇਸ਼ਾ 6 ਮਹੀਨੇ ਤੋਂ ਵੱਧ ਜਿਹੜਾ ਪ੍ਰੋਗਰਾਮ ਆ ਕਿਸੇ ਵੀ ਮੁਲਕ ਜਾਣਗੇ ਮੈਡੀਕਲ ਕਰਵਾ ਕੇ ਜਾਂਦੇ ਆ ਔਰ ਉਹ ਮੈਡੀਕਲ ਦੀ ਵੈਲਿਡਿਟੀ 1 ਸਾਲ ਹੈ। ਸੋ ਸਟੂਡੈਂਟਸ ਦੇ ਮੈਡੀਕਲ ਅਪਡੇਟਡ ਨਹੀਂ ਸੀ। ਸੋ ਅੰਬੈਸੀ ਨੂੰ ਵੀ ਸੋਹਣੇ ਤਰੀਕੇ ਨਾਲ ਇੱਥੇ ਕੰਮ ਕਰਨਾ ਚਾਹੀਦਾ ਸੀ ਕਿ ਅੰਬੈਸੀ ਨੂੰ ਸਟੂਡੈਂਟਸ ਨੂੰ ਜਿੱਦਾਂ ਈਮੇਲ ਕਰਦੇ ਆ ਤੁਹਾਡੇ ਬਾਇਓਮੈਟ੍ਰਿਕਸ ਦੀ, ਵੀਜ਼ਾ ਦੀ, ਸੋ ਇਸੇ ਤਰੀਕੇ ਨਾਲ ਕਮਿਊਨੀਕੇਟ ਕੀਤਾ ਜਾਂਦਾ। ਸੋ ਖੈਰ ਬਿਕੋਜ਼ ਇਹ ਪਹਿਲੀ ਵਾਰੀ ਹੋ ਰਿਹਾ ਸੀ ਬਿਕੋਜ਼ ਅੱਜ ਤੱਕ ਕਦੀ ਜਦੋਂ ਦਾ ਵੀ ਕੈਨੇਡੀਅਨ ਸਟੂਡੈਂਟ ਵੀਜ਼ਾ ਚੱਲ ਰਿਹਾ ਇੱਕ ਵਾਰੀ ਵੀ ਇਦਾਂ ਦੀ ਪ੍ਰੋਬਲਮ ਕਦੀ ਸਾਹਮਣੇ ਨਹੀਂ ਆਈ। ਸੋ ਮੇਬੀ ਅੰਬੈਸੀ ਲਈ ਵੀ ਚੀਜ਼ ਨਵੀਂ ਸੀ, ਸਟੂਡੈਂਟਸ ਲਈ ਵੀ ਨਵੀਂ ਸੀ ਬਿਕੋਜ਼ ਪਹਿਲੇ 2 ਦਿਨ ਤਾਂ ਐਗਜ਼ੈਕਟਲੀ ਪਤਾ ਹੀ ਨਹੀਂ ਲੱਗਾ ਕਿ ਹੋ ਕੀ ਰਿਹਾ, ਹੋਇਆ ਕਿ ਰੀਜ਼ਨ ਕੀ ਹੈ। ਹਾਂ ਹੁਣ ਫਾਈਨਲੀ ਆ ਕਿ ਜਿਹੜੇ ਸਟੂਡੈਂਟਸ ਨੇ ਅੱਜ ਵੀ ਟਰੈਵਲ ਕਰਨਾ ਆ, ਸੋ ਜਾਣ ਤੋਂ ਪਹਿਲਾਂ ਆਪਣਾ GC ਕੀ ਦਾ ਲੌਗਇਨ ਜ਼ਰੂਰ ਖੋਲ੍ਹ ਲਓ। ਤੁਹਾਡਾ ਵੀਜ਼ਾ ਅਪਰੂਵਲ ਹੋ ਜਾਂਦਾ ਉਸ ਤੋਂ ਪਹਿਲਾਂ ਤੁਹਾਡੇ ਏਜੰਟਸ ਕੋਲ ਕਈ ਰੀਜ਼ਨਸ ਆ ਕਿ ਤੁਹਾਨੂੰ GC ਕੀ ਦਾ ਲੌਗਇਨ ਨਹੀਂ ਦੇਣਗੇ ਬਿਕੋਜ਼ ਟੈਕਨੀਕਲ ਆ, ਕਈ ਵਾਰੀ ਚੈੱਕ ਕਰਨਾ ਆ ਜਾਂ ਉਹ ਲਾਈਕ ਉਹਨਾਂ ਨੇ ਆਪਣਾ ਸਿਸਟਮ ਰੱਖਿਆ ਹੈ। ਸੋ ਵਨਸ ਯੂਰ ਵੀਜ਼ਾ ਇਜ਼ ਅਪਰੂਵਡ ਜਾਂ ਉਸ ਤੋਂ ਪਹਿਲਾਂ ਵੀ ਤੁਸੀਂ ਆਪਣਾ ਕੇਸ ਫਾਈਲ ਕਰ ਦਿਓ, GC ਕੀ ਦੇ ਸਾਰੇ ਕ੍ਰੈਡੈਂਸ਼ੀਅਲਸ ਲਓ, ਉਹਨੂੰ ਲੌਗਇਨ ਕਰਕੇ ਵੇਖੋ ਬਿਕੋਜ਼ ਇਹ ਇਨਫੋਰਮੇਸ਼ਨ ਤੁਹਾਨੂੰ ਐਂਡ ਤੱਕ ਚੱਲਣੀ ਆ। ਐਜ਼ ਲੌਂਗ ਐਜ਼ ਯੂ ਆਰ ਲਿਵਿੰਗ ਇਨ ਇੰਡੀਆ, ਤੁਹਾਡੀ ਕੋਈ ਵੀ ਇਮੀਗ੍ਰੇਸ਼ਨ ਦੀ ਕਮਿਊਨੀਕੇਸ਼ਨ ਸਾਰੀ ਇਸੇ ਅਕਾਊਂਟ ਦੇ ਵਿੱਚ ਹੀ ਹੋਣੀ ਆ। ਸੋ ਦਿਸ ਇਜ਼ ਵਨ ਅਕਾਊਂਟ ਯੂ ਹੈਵ ਰਜਿਸਟਰਡ ਵਿਦ ਦ ਹਾਈ ਕਮਿਸ਼ਨ ਜਾਂ ਰਜਿਸਟਰਡ ਵਿਦ ਦ ਇਮੀਗ੍ਰੇਸ਼ਨ। ਸੋ ਇਹ ਕੰਟੀਨਿਊ ਰਹਿਣਾ ਆ। ਸੋ ਇਸ ਕਰਕੇ ਇਹਦੀ ਜਾਣਕਾਰੀ ਜ਼ਰੂਰ ਲਓ ਔਰ ਇਹਨੂੰ ਸਮੇਂ-ਸਮੇਂ ਤੇ ਜ਼ਰੂਰ ਚੈੱਕ ਕਰੋ। ਔਰ ਜਿਹੜੇ ਸਟੂਡੈਂਟਸ ਦੇ ਵੀਜ਼ਾ ਆਏ ਹੋਏ ਆ ਜਿਨ੍ਹਾਂ ਨੇ ਹਾਲੇ ਟਰੈਵਲ ਨਹੀਂ ਕੀਤਾ ਬਿਕੋਜ਼ ਹੁਣ ਵੈਸੇ ਵੀ ਫਲਾਈਟਸ ਡਿਲੇ ਨੇ, ਸੋ ਆਪਣਾ ਮੈਡੀਕਲ ਜ਼ਰੂਰ ਅਪਡੇਟ ਕਰ ਲੈਣ। ਮੈਡੀਕਲ ਕਿੱਦਾਂ ਅਪਡੇਟ ਕਰਨਾ ਹੈ, ਇਸੇ GC ਕੀ ਦੇ ਵਿੱਚ ਤੁਸੀਂ ਲੌਗਇਨ ਕਰੋਗੇ, ਉੱਥੇ ਇੱਕ ਵੈਬ ਫਾਰਮ ਹੁੰਦਾ, ਵੈਬ ਫਾਰਮ ਦੇ ਨਾਲ ਤੁਸੀਂ ਆਪਣਾ ਇਨਫੋਰਮੇਸ਼ਨ ਲਿਖ ਸਕਦੇ ਹੋ ਔਰ ਉੱਥੇ ਆਪਣਾ ਮੈਡੀਕਲ ਨਾਮਾ ਪਾ ਸਕਦੇ ਹੋ ਬਿਕੋਜ਼ ਉਹ ਲੌਕ ਹੋ ਜਾਂਦੀ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ। ਸੋ ਵੈਬ ਫਾਰਮ ਹੀ ਇਕਲੌਤਾ ਜਰੀਆ ਹੁੰਦਾ ਜਿਹਦੇ ਰਾਹੀਂ ਤੁਸੀਂ ਅੰਬੈਸੀ ਨਾਲ ਫਿਰ ਕਮਿਊਨੀਕੇਟ ਕਰ ਸਕਦੇ ਹੋ। ਸੋ ਆਪਣਾ ਸਿਸਟਮ ਅਪਡੇਟਡ ਰੱਖੋ। ਯੈਸ ਓਬਵੀਅਸਲੀ ਸਟੂਡੈਂਟਸ ਨੂੰ ਬਿਕੋਜ਼ ਕੈਨੇਡਾ ਨੇ ਅਗਰ ਵੀਜ਼ਾ ਗ੍ਰਾਂਟ ਕੀਤਾ ਆ, ਸੋ ਵੀਜ਼ਾ ਇਜ਼ ਪਰਮਿਸ਼ਨ ਟੂ ਐਂਟਰ ਇਨਟੂ ਅ ਕੰਟਰੀ। ਸੋ ਅਗਰ ਵੀਜ਼ਾ ਗ੍ਰਾਂਟ ਕੀਤਾ ਆ ਤੇ ਕੈਨੇਡਾ ਸਟੂਡੈਂਟਸ ਨੂੰ ਫਲਾਈ ਕਰਨ ਤੋਂ ਨਹੀਂ ਰੋਕਣ ਲੱਗਾ। ਸੋ ਆਬਵੀਅਸਲੀ ਥੋੜਾ ਬਹੁਤ ਇਹ ਸਮਾਂ ਇਸ ਤਰੀਕੇ ਦਾ ਹੈ ਕਿ ਟਫ ਟਾਈਮ ਆ ਔਰ ਇਹਦੇ 'ਚ ਤੁਹਾਨੂੰ ਰਾਤੋਂ ਰਾਤ ਕਈ ਡਿਸੀਜਨਸ ਸੁਣਨ ਨੂੰ ਮਿਲਦੇ ਆ। ਸੋ ਉਮੀਦ ਕਰਦੇ ਹਾਂ ਬਹੁਤ ਕੁਇਕਲੀ ਇਹ ਜਿਹੜਾ ਸਮਾਂ ਸਾਰਾ ਇਹ ਸਮਾਪਤ ਹੋਏ, ਜਿੰਨੇ ਕਸ਼ਟ ਜਿੰਨੇ ਤਕਲੀਫਾਂ ਨੇ ਸਟੂਡੈਂਟਸ ਨੇ ਝੱਲੀਆਂ ਨੇ ਉਹ ਖਤਮ ਹੋਣ ਔਰ ਸਟੂਡੈਂਟਸ ਆਪੋ ਆਪਣੇ ਜਿਹੜੇ ਡੈਸਟੀਨੇਸ਼ਨ ਕੰਟਰੀਜ਼ ਉੱਪਰ ਆਰਾਮ ਨਾਲ ਟਰੈਵਲ ਕਰਨ। ਜੀ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਕੋਵਿਡ ਦਾ ਦੌਰ ਚੱਲ ਰਿਹਾ ਨਾ, ਕੋਵਿਡ ਦੇ ਕਰਕੇ ਬਹੁਤ ਸਾਰੀਆਂ ਫਲਾਈਟਸ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਤੇ ਜਿਹੜਾ ਕੈਨੇਡਾ ਨੇ ਹੁਣ ਅਗਲੇ 30 ਦਿਨਾਂ ਵਾਸਤੇ ਜਿਹੜੀਆਂ ਫਲਾਈਟਸ ਨੇ ਉਹ ਇੰਡੀਆ ਤੇ ਪਾਕਿਸਤਾਨ ਤੋਂ ਬੰਦ ਕਰ ਦਿੱਤੀਆਂ ਨੇ, ਉਹਦੇ ਪਿੱਛੇ ਕੀ ਕਹਿਣਾ ਚਾਹੋਗੇ? ਯੈਸ 22 ਅਪ੍ਰੈਲ 11:30 ਵਜੇ ਤੋਂ ਜਿੰਨੀਆਂ ਵੀ ਫਲਾਈਟਸ ਕੈਨੇਡਾ ਨੂੰ ਇਸ ਤੋਂ ਪਹਿਲਾਂ ਹੋ ਗਈਆਂ ਉਹ ਸ਼ੈਡਿਊਲਡ ਨਾਰਮਲ ਸੀਗੀਆਂ। ਸੋ ਉਸ ਤੋਂ ਬਾਅਦ ਬਿਕੋਜ਼ ਇੰਡੀਆ ਦੀ ਹੁਣ ਹਾਲਾਤ ਇਦਾਂ ਦੇ ਆ, ਤੁਸੀਂ ਅਗਰ ਇੰਟਰਨੈਸ਼ਨਲ ਪ੍ਰੈਸ ਵੇਖੋਗੇ ਕੋਈ ਵੀ ਤੇ ਇਸ ਟਾਈਮ ਇਸ ਮੌਕੇ ਦਾ ਵੁਹਾਨ ਉਹ ਇੰਡੀਆ ਆ, ਇਸ ਮੌਕੇ ਦਾ ਚਾਈਨਾ ਇੰਡੀਆ ਆ ਬਿਕੋਜ਼ ਜਿਸ ਤਰੀਕੇ ਨਾਲ ਤੁਸੀਂ ਸਾਲ ਖੰਡ ਪਹਿਲਾਂ ਪੂਰੀ ਦੁਨੀਆ ਜਿੱਦਾਂ ਚਾਈਨਾ ਤੋਂ ਡਰੀ ਹੋਈ ਸੀ, ਸੋ ਐਗਜ਼ੈਕਟਲੀ ਉਹੀ ਸਮਾਂ ਹੋਣਾ ਕਿ ਪੂਰਾ ਮੁਲਕ ਪੂਰੀ ਦੁਨੀਆ ਸਾਡੇ ਤੋਂ ਇਸ ਤਰੀਕੇ ਨਾਲ ਡਰੀ ਹੋਈ ਹੈ ਕਿ ਇੱਥੋਂ ਕੋਈ ਵੀ ਆਇਆ ਤਾਂ ਉਹ ਬਹੁਤ ਖਤਰਨਾਕ ਹੋਣਾ ਹੈ ਬਿਕੋਜ਼ ਅੰਕੜੇ ਦੱਸਦੇ ਆ ਔਰ ਇੰਡੀਅਨ ਮੀਡੀਆ ਵੀ ਦੱਸਦਾ ਹੈ ਬਿਕੋਜ਼ ਜਿੰਨੇ ਸਾਡੇ ਟੈਸਟਸ ਦੀ ਸਾਡੇ ਜਿਹੜੀ ਸੈਕੰਡ ਵੇਵ ਆ ਇਹ ਖਤਰਨਾਕ ਹੈ ਔਰ ਇਹਦੇ ਵਿੱਚ ਬਹੁਤ ਨੁਕਸਾਨ ਵੀ ਹੋ ਰਿਹਾ ਔਰ ਵੱਡੀ ਗੱਲ ਹੈ ਵੀ ਗਵਰਨਮੈਂਟ ਲਾਈਕ ਜਿਹੜਾ ਆਪਣਾ ਵੈਕਸੀਨੇਸ਼ਨ ਦਾ ਪ੍ਰੋਗਰਾਮ ਵੀ ਚਾਲੂ ਰੱਖਿਆ ਹੋਇਆ ਉਹਨਾਂ ਨੇ, ਉਹਦੇ ਨਾਲ ਜਿਹੜਾ ਟੈਸਟ ਦੀ ਗਿਣਤੀ ਆ ਪਹਿਲਾਂ ਕਦੀ ਇੰਨੀ ਨਹੀਂ ਸੀ। ਹੁਣ ਤੁਸੀਂ ਵੇਖੋ ਤੁਰੇ ਜਾਂਦਿਆਂ ਦੀ ਮਤਲਬ ਰੋਕ ਕੇ ਤੁਸੀਂ ਸੜਕ ਤੇ ਟੈਸਟ ਹੋਣ ਲੱਗ ਪਏ ਆ। ਸੋ ਪੁਲਿਸ ਨਾਲ ਅਸਿਸਟ ਕਰਦੀ ਹੈ। ਸੋ ਸਾਡੇ ਟੈਸਟ ਦਾ ਨੰਬਰ ਵੀ ਬਹੁਤ ਵਧਿਆ। ਸੋ ਇਸ ਕਰਕੇ ਜਿਹੜਾ ਇਹ ਸਮਾਂ ਆ ਸੋ ਕੋਵਿਡ ਮਤਲਬ ਅਸੀਂ ਪੂਰੀ ਦੁਨੀਆ ਨੂੰ ਡਰਾ ਕੇ ਰੱਖਿਆ ਹੁਣ। ਸੋ ਇਸ ਕਰਕੇ ਆਲਮੋਸਟ ਸਾਰੇ ਕੰਟਰੀਜ਼ ਨੇ ਇੰਡੀਆ ਤੋਂ ਫਲਾਈਟਾਂ ਹੌਲੀ ਰੋਕਣੀਆਂ ਸ਼ੁਰੂ ਕਰਤੀਆਂ। ਸੋ ਕੈਨੇਡਾ ਉਹਨੇ ਆਲਮੋਸਟ ਮਹੀਨੇ ਲਈ ਬਿਕੋਜ਼ ਸਭ ਤੋਂ ਲੰਬਾ ਸਮਾਂ ਕੈਨੇਡਾ ਨੇ ਕਿਹਾ ਡਿਕਲੇਅਰ ਕੀਤਾ ਹੈ। ਸੋ 30 ਦਿਨ ਲਈ ਇੰਡੀਆ ਤੇ ਪਾਕਿਸਤਾਨ ਤੋਂ ਫਲਾਈਟਾਂ ਰੋਕ ਦਿੱਤੀਆਂ ਨੇ। ਪਰ ਵਿੱਚ ਨਵੀਆਂ ਖਬਰਾਂ ਸੁਣਨ ਨੂੰ ਵੀ ਆਉਂਦੀਆਂ ਨੇ ਕਿ ਸਟੂਡੈਂਟਸ ਹੁਣ ਨੇਪਾਲ ਤੋਂ ਜਾਣ ਲੱਗ ਗਏ ਆ। ਉਹ ਪਤਾ ਨਹੀਂ ਇਹ ਖਬਰ ਹੈ ਰਿਊਮਰ ਹੈ ਕੀ ਹੈ ਬਟ ਆਈ ਰੀਸੈਂਟਲੀ ਹਰਡ ਕਿ ਹੈਡ ਅ ਕੁਐਰੀ ਮੈਨੂੰ ਕਹਿੰਦੇ ਜੋ ਨੇਪਾਲ ਤੋਂ ਜਾ ਸਕਦੇ ਹੁਣ ਬਿਕੋਜ਼ ਇਹ ਤੁਹਾਨੂੰ ਟਰਾਈ ਕਰਨਾ ਪਊਗਾ, ਇੱਥੋਂ ਬੈਠਿਆਂ ਤਾਂ ਨਹੀਂ ਕਹਿ ਸਕਦੇ ਬਿਕੋਜ਼ ਨੇਪਾਲ ਨੂੰ ਹਾਲੇ ਬੈਨ ਤਾਂ ਨਹੀਂ ਕੀਤਾ ਹੋਇਆ। ਹਾਂ ਇੰਡੀਆ ਪਾਕਿਸਤਾਨ ਨੂੰ ਬਿਲਕੁਲ ਬੈਨ ਆ
ਸੋ ਯੈਸ ਅਗਰ ਇਨੋਵੇਟਿਵ ਸਟੂਡੈਂਟਸ ਹੋ ਸਕਦੇ ਆ ਟਰਾਈ ਕਰ ਸਕਦੇ ਆ ਬਿਕੋਜ਼ ਇਹਦੇ ਉੱਪਰ ਤੁਸੀਂ ਜਦ ਤੱਕ ਪ੍ਰੈਕਟੀਕਲੀ ਕੋਈ ਚੀਜ਼ਾਂ ਨਹੀਂ ਜਾਣਦੇ ਤਦ ਤੱਕ ਇਹਦੇ ਉੱਪਰ ਕਮੈਂਟ ਕਰਨਾ ਥੋੜਾ ਖਤਰਨਾਕ ਵੀ ਹੋ ਸਕਦਾ ਹੈ ਜੀ। ਜੇ ਗੱਲ ਕੀਤੀ ਜਾਵੇ ਤਾਂ ਯੂਕੇ ਨੇ ਵੀ ਇੰਡੀਆ ਨੂੰ ਰੈੱਡ ਲਿਸਟ ਦੇ ਵਿੱਚ ਪਾਤਾ ਹੈ, ਉਹਦੇ ਕੀ ਰੀਜ਼ਨ ਹੈ? ਇੱਕ ਤਾਂ ਕੋਵਿਡ ਦਾ ਰੀਜ਼ਨ ਹੈ ਹੀ ਹੈ, ਹੋਰ ਉਹਦਾ ਕੀ ਰੀਜ਼ਨ ਹੋ ਸਕਦਾ? ਹੋਰ ਇਫੈਕਟ ਇਹਦੇ ਨਾਲ ਕੀ ਜੁੜੇ ਮੈਂ ਉਹਨਾਂ ਉੱਪਰ ਵੀ ਥੋੜਾ ਬਹੁਤ ਚਾਨਣਾ ਪਾ ਦੇਣਾ। ਯੂਕੇ ਨੇ 23 ਅਪ੍ਰੈਲ ਨੂੰ ਤੜਕੇ 4 ਵਜੇ ਮਤਲਬ ਉਹਨਾਂ ਨੇ ਡੈਡਲਾਈਨ ਰੱਖੀ ਸੀ ਤੇ ਉਹ ਡੈਡਲਾਈਨ ਕਾਫੀ ਖਤਰਨਾਕ ਹੁਣ ਰੂਪ ਧਾਰਨ ਕੀਤਾ ਯੂਕੇ ਨੇ ਵੀ ਬਿਕੋਜ਼ ਯੂਕੇ ਦੇ ਵਿੱਚ ਪਹਿਲਾਂ ਕੀ ਸੀ, ਪਹਿਲਾਂ ਜਿਹੜਾ ਕੁਆਰੰਟੀਨ ਯੂਕੇ ਖੈਰ ਲਾਕਡਾਊਨ ਦੇ ਪ੍ਰਕਿਰਿਆ ਵਿੱਚੋਂ ਗੁਜ਼ਰ ਰਿਹਾ ਔਰ ਹੌਲੀ ਹੌਲੀ ਯੂਕੇ ਈਜ਼ ਹੋ ਰਿਹਾ, ਸੌਖਾ ਹੋ ਰਿਹਾ ਔਰ ਹੌਲੀ ਹੌਲੀ ਰਿਲੈਕਸ ਹੋ ਰਿਹਾ, ਪਰ ਜਿਹੜਾ ਨਵਾਂ ਰੁੱਖ ਅਖਤਿਆਰ ਕੀਤਾ ਬਾਹਰੋਂ ਆਉਣ ਵਾਲੇ ਲੋਕਾਂ ਲਈ। ਸੋ ਅਗਰ ਤੁਸੀਂ ਯੂਕੇ 'ਚ ਐਂਟਰ ਹੋ ਰਹੇ ਹੋ ਕਿਸੇ ਵੀ ਮੁਲਕ ਤੋਂ, ਚਾਹੇ ਤੁਸੀਂ ਸਿਟੀਜ਼ਨ ਹੋ, ਚਾਹੇ ਤੁਸੀਂ ਰੈਜ਼ੀਡੈਂਟ ਹੋ, ਚਾਹੇ ਤੁਸੀਂ ਕੋਈ ਵੀ ਹੋ ਮਤਲਬ ਨਹੀਂ, ਸੋ ਜਿਹੜਾ ਵੀ ਸਟੂਡੈਂਟਸ ਨੂੰ ਸਟਿਲ ਅਲਾਉਡ ਆ ਔਰ ਦੂਸਰੇ ਨਾਨ ਐਸੈਂਸ਼ੀਅਲ ਟਰੈਵਲ ਸਾਰੇ ਬੰਦ ਕਰ ਦਿੱਤੇ ਯੂਕੇ ਨੇ। ਸੋ ਜਿਹੜਾ ਵੀ ਯੂਕੇ ਨੂੰ ਜਾ ਰਿਹਾ, ਹੁਣ ਯੂਕੇ ਦੇ ਵਿੱਚ ਪਹਿਲਾਂ ਕੁਆਰੰਟੀਨ ਦੇ ਰੂਲਸ ਨਹੀਂ ਸੀ ਕੁਝ ਵੀ, ਤੁਸੀਂ ਕਿਤੇ ਵੀ ਕੁਆਰੰਟੀਨ ਹੋਣਾ ਹੁੰਦਾ ਸੀ ਔਰ 210 ਪਾਉਂਡ ਦੇ ਕੇ ਤੁਸੀਂ ਇੱਕ ਟੈਸਟ ਬੁੱਕ ਕਰਦੇ ਸੀ ਮੈਡੀਕਲ ਦਾ ਔਰ ਦੂਏ ਦਿਨ 8ਵੇਂ ਦਿਨ ਦਾ ਟੈਸਟ ਹੁੰਦਾ ਸੀ, ਇਹ ਪ੍ਰੋਟੋਕਾਲ ਸੀ। ਹੁਣ ਯੂਕੇ ਨੇ ਨਵਾਂ ਪ੍ਰੋਟੋਕਾਲ ਸ਼ੁਰੂ ਕੀਤਾ ਕਿ ਚਾਹੇ ਕੋਈ ਵੀ ਆਵੇ, ਯੂਕੇ ਨੇ ਵੀ ਇੱਕ ਡੈਜ਼ਿਗਨੇਟਡ ਹੋਟਲਸ ਦੀ ਲਿਸਟ ਜਾਰੀ ਕੀਤੀ ਹੈ, ਇੱਕ ਸੂਚੀ ਜਾਰੀ ਕੀਤੀ ਹੈ, ਖਾਸ ਕਰਕੇ 에ਅਰਪੋਰਟ ਹੋਟਲਸ ਹੁੰਦੇ ਨੇ ਕਿ ਲਾਈਕ ਜਿੰਨੇ ਵੀ ਬਾਹਰੋਂ ਉਹਨਾਂ ਨੂੰ 에ਅਰਪੋਰਟ ਦੇ ਹੋਟਲਸ ਉੱਪਰ ਹੀ ਰੱਖਿਆ ਜਾਵੇ। 1750 ਪਾਉਂਡ ਫੀਸ ਹੈ ਹੁਣ ਉਹਨਾਂ ਹੋਟਲ ਦੇ ਸਟੇ ਦੀ, 10 ਦਿਨ ਤੁਹਾਨੂੰ ਉੱਥੇ ਕੰਪਲਸਰੀ ਰੁਕਣੇ ਹੋਣਗੇ। ਸੋ ਇਹ ਚੀਜ਼ ਅਗਰ ਤੈਨੂੰ ਯਾਦ ਹੋਵੇ ਲਾਸਟ ਐਪੀਸੋਡ 'ਚ ਗੱਲ ਕਰ ਰਹੇ ਸੀ ਕਿ ਆਸਟ੍ਰੇਲੀਆ ਨੇ ਸਭ ਤੋਂ ਖਤਰਨਾਕ ਕੀਤਾ ਹੋਇਆ ਕਿ ਤੁਹਾਨੂੰ ਜਾਂਦਿਆਂ ਹੋਟਲ ਰੱਖ ਦਿੰਦੇ ਆ, ਉਸ ਤੋਂ ਬਾਅਦ ਜਾ ਕੇ ਟੈਸਟ ਕਰਦੇ ਆ। ਸੋ ਯੂਕੇ ਵੀ ਤਕਰੀਬਨ ਉਸੇ ਰੂਪ ਦੇ ਵਿੱਚ ਆ ਰਿਹਾ ਹੁਣ ਕਿ ਤੁਸੀਂ ਅਗਰ ਯੂਕੇ ਜਾਓਗੇ, ਯੂਕੇ ਦੇ ਕਿਸੇ ਵੀ ਖੈਰ ਫਲਾਈਟਸ ਕੱਲੀਆਂ ਲੰਡਨ ਹੀਥਰੋ ਦੀਆਂ ਤੁਹਾਨੂੰ ਮਿਲਣਗੀਆਂ। ਸੋ ਤੁਸੀਂ ਉੱਥੇ ਉੱਪਰ ਉਤਰੋਗੇ, ਤੁਹਾਨੂੰ ਕੰਪਲਸਰੀ ਕੁਆਰੰਟੀਨ ਹੈ 10 ਰਾਤਾਂ ਦਾ ਔਰ 1750 ਪਾਉਂਡ ਤੁਹਾਡੇ ਕੋਲ ਜਾਂ 1800 ਪਾਉਂਡ ਲਗਭਗ ਇੰਨਾ ਕਿ ਤੁਹਾਡੇ ਕੋਲ ਪਾਉਂਡ ਲਏ ਜਾਣਗੇ ਔਰ ਯੈਸ ਉਹਦੇ ਵਿੱਚ ਤੁਹਾਡਾ ਫਿਰ ਹੋਟਲ ਦਾ ਸਟੇ ਆ। ਔਰ ਯੂਕੇ ਨੇ ਇਹ ਕਦਮ ਚੱਕਿਆ ਇਸ ਕਰਕੇ ਆ ਬਿਕੋਜ਼ ਇੱਕ ਅੰਕੜਾ ਵੇਖਿਆ ਗਿਆ ਕਿ 25 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ, ਸੋ ਇੱਕ ਮੇਰੇ ਕੋਲ ਅੰਕੜਾ ਉਹਦੇ 3345 ਲੋਕ ਆਏ ਜਿਹਦੇ ਵਿੱਚੋਂ 161 ਲੋਕ 161 ਜਿਹੜੇ ਪੈਸੇਂਜਰ ਸੀਗੇ ਉਹ ਪੋਜ਼ਿਟਿਵ ਪਾਏ ਗਏ ਔਰ ਇਹ ਅੰਕੜਾ ਐਕਚੁਅਲੀ 4.8% ਹੈ। ਸੋ 4.8% ਪੈਸੇਂਜਰਸ ਇਨਫੈਕਟਡ ਨਿਕਲੇ ਜਿਨ੍ਹਾਂ ਦੀ ਰਿਪੋਰਟ ਪੋਜ਼ਿਟਿਵ ਆਈ। ਸੋ ਉਹਦੇ ਵਿੱਚ ਵੀ ਉਹਨਾਂ ਨੇ ਕੀਤਾ ਸੀਗਾ ਕਿ ਤੁਸੀਂ 72 ਘੰਟੇ ਪਹਿਲਾਂ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਲਓ। ਸੋ ਓਬਵੀਅਸਲੀ ਕਿਤੇ ਨਾ ਕਿਤੇ ਕਲਾਕਾਰੀਆਂ ਹੋ ਰਹੀਆਂ, ਕਿਤੇ ਨਾ ਕਿਤੇ ਸਿਹਤ ਨਾਲ ਖਿਲਵਾੜ ਹੋ ਰਿਹਾ, ਕਿਤੇ ਨਾ ਕਿਤੇ ਸਟੂਡੈਂਟਸ, ਟੂਰਿਸਟ ਜਾਂ ਜਿੰਨੇ ਵੀ ਪੈਸੇਂਜਰਸ ਨੇ ਉਹ ਪੂਰੀ ਜਿਹਨੂੰ ਅਸੀਂ ਕਹਿੰਦੇ ਕਿ ਹਿਊਮਨ ਕਮਿਊਨਿਟੀ ਦਾ ਨਹੀਂ ਭਲਾ ਸੋਚ ਰਹੇ। ਸੋ ਇਨਫੈਕਸ਼ਨਸ ਇੱਧਰੋਂ ਉੱਧਰ ਟਰਾਂਸਫਰ ਤੇ ਟਰੈਵਲ ਹੋ ਰਹੀਆਂ ਨੇ। ਸੋ ਇਸ ਕਰਕੇ ਇਹੋ ਜਿਹੇ ਸਖਤ ਕਦਮ ਲਏ ਜਾਂਦੇ ਆ ਤਾਂ ਕਿ ਜਿਹੜਾ ਫਰਦਰ ਜਿਹੜਾ ਇਨਫੈਕਸ਼ਨ ਆ ਉਹ ਸਪਰੈਡ ਨਾ ਹੋ ਸਕੇ ਔਰ ਇਹਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਇਆ ਜਾਵੇ। ਜੀ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਕੋਵਿਡ ਦੇ ਕਰਕੇ ਬਹੁਤ ਸਾਰੀਆਂ ਹਲਚਲ ਜਿਹੜੀਆਂ ਨੇ ਫਲਾਈਟਸ ਦੇ ਵਿੱਚ ਆ ਰਹੀਆਂ ਨੇ ਤੇ ਗਾਈਡਲਾਈਨਸ ਗਵਰਨਮੈਂਟ ਵੱਲੋਂ ਵੀ ਜੇ ਇੰਡੀਆ ਦੀ ਗੱਲ ਕੀਤੀ ਜਾਵੇ ਤਾਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਆਈਲੈਟ ਸੈਂਟਰ ਜਿਹੜੇ ਨੇ ਉਹ ਭੰਗ ਕਰਦੇ ਨਜ਼ਰ ਆ ਰਹੇ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਓਬਵੀਅਸਲੀ ਸਾਡੇ ਬਿਕੋਜ਼ ਜਦੋਂ ਆਉਂਦੀ ਆ ਆਪਣਾ ਸਟੇਟ ਸੰਭਾਲਣ ਦੀ ਗੱਲ, ਉਦੋਂ ਹਮੇਸ਼ਾ ਗੱਲ ਇਹ ਆ ਜਾਂਦੀ ਹੈ ਕਿ ਹਰ ਸਟੇਟ ਆਪੋ ਆਪਣਾ ਖਿਆਲ ਖੁਦ ਰੱਖੇ। ਜਦੋਂ ਕਿਤੇ ਕੋਈ ਪ੍ਰੋਫਿਟੇਬਿਲਟੀ ਦੀ ਗੱਲ ਆਉਂਦੀ ਆ ਉਦੋਂ ਆ ਜਾਂਦਾ ਕਿ ਸੈਂਟਰ ਦਾ ਅਲੱਗ ਰਵੱਈਆ ਵੀ ਨਹੀਂ ਹੁਣ ਸਾਡੇ ਕੋਲ ਤੁਹਾਨੂੰ ਇਹ ਰਾਈਟ ਨਹੀਂ ਦਿੱਤਾ ਜਾ ਸਕਦਾ। ਠੀਕ ਹੈ, ਸੋ ਖੁਦ ਮੁਖਤਿਆਰੀ ਸਟੇਟਾਂ ਦਾ ਇੱਕ ਮਸਲਾ ਰਿਹਾ ਆ ਸ਼ੁਰੂ ਤੋਂ, ਜਿਹਨੂੰ ਇੱਥੇ ਤੁਸੀਂ ਦੂਸਰੇ ਢੰਗ ਨਾਲ ਵੇਖਦੇ ਹੋ। ਸੋ ਹੁਣ ਇਹੀ ਆ ਕਿ ਅਗਰ ਪ੍ਰੋਬਲਮ ਆਈ ਹੈ ਤਾਂ ਤੁਸੀਂ ਸਾਰੇ ਡਿਸੀਜਨਸ ਸਟੇਟਸ ਨੇ ਖੁਦ ਲੈਣੇ ਆ। ਹੁਣ ਇਹ ਸਟੇਟ ਪਾਲਿਸੀ ਹੈ, ਇਹ ਜਿੰਨੇ ਵੀ ਸੀਐਮਸ ਉਹਨਾਂ ਦੇ ਉੱਪਰ ਛੱਡ ਦਿੱਤਾ ਗਿਆ ਕਿ ਇਹਦਾ ਫੈਸਲਾ ਕੀ ਕਰਦੇ ਨੇ ਔਰ ਇਹਦੇ 'ਚ ਪੰਜਾਬ ਨੇ ਥੋੜ੍ਹਾ ਸਖਤ ਰੁਖ ਰੱਖਿਆ ਆ। ਸੋ ਹੌਲੀ ਹੌਲੀ ਤੁਸੀਂ ਵੇਖੋਗੇ ਜਿੱਦਾਂ ਦਿੱਲੀ ਨੇ ਲਾਕਡਾਊਨ ਕੀਤਾ ਉਹਨੂੰ ਵੇਖਦੇ ਹੋਏ ਪੰਜਾਬ ਨੇ ਵੀ ਆਪਣਾ ਲਾਕਡਾਊਨ ਜਿਹੜਾ ਨਾਈਟ ਕਰਫਿਊ ਵਧਾਤਾ ਆ, ਉਹ 10 ਦੀ ਥਾਂ 'ਤੇ 8 ਵਜੇ ਤੋਂ ਸ਼ੁਰੂ ਕਰਤਾ ਹੈ। ਗੈਦਰਿੰਗ ਆ ਉਹ ਘਟਾਤੀ ਹੈ ਔਰ ਸਕੂਲਸ ਨੂੰ ਬੰਦ ਕਰ ਦਿੱਤਾ ਗਿਆ ਟੋਟਲੀ। ਔਰ ਇੱਕ ਮੰਦਭਾਗਾ ਗੱਲ ਇਹ ਰਹੀ ਆ ਕਿ ਬਿਕੋਜ਼ ਜਿੰਨੇ ਵੀ ਇਮੀਗ੍ਰੇਸ਼ਨ ਦੇ ਮਸਲੇ ਆ ਜਾਂ ਲਾਈਕ ਜਿਹਨੂੰ ਅਸੀਂ ਆਈਲੈਟਸ ਜਾਂ ਸਕਿਲਡ ਟ੍ਰੇਨਿੰਗ ਦੇ ਮਸਲੇ ਕਹਿੰਦੇ ਆ, ਇਹ ਬੇਸਿਕਲੀ ਸਟੇਟ ਸਬਜੈਕਟ ਨਹੀਂ ਹੁੰਦਾ, ਇਹ ਸੈਂਟਰ ਦਾ ਸਬਜੈਕਟ ਹੁੰਦਾ। ਪਰ ਸਾਡੇ ਪੰਜਾਬ ਦੇ ਵਿੱਚ ਇੱਕ ਐਡੀਸ਼ਨਲ ਬਿੱਲ ਆ ਇਮੀਗ੍ਰੇਸ਼ਨ ਦੇ ਉੱਪਰ, ਸੋ ਉਹ ਵੀ ਸਟੇਟ ਗਵਰਨਮੈਂਟ ਨੇ ਬਣਾਇਆ ਹੋਇਆ। ਸੋ ਇਸੇ ਤਰੀਕੇ ਨਾਲ ਆਈਲੈਟ ਸੈਂਟਰਸ ਦਾ ਕੋਈ ਮੋਨੀਟਰ ਕਰਨ ਨੂੰ ਨਹੀਂ ਹੈਗਾ ਕਿ ਇਹ ਐਕਚੁਅਲੀ ਇੰਸਟੀਚਿਊਟਸ ਨੇ ਐਜੂਕੇਸ਼ਨ ਦੇ ਰਹੇ ਆ ਜਾਂ ਕੀ ਕਰ ਰਹੇ ਆ ਜਾਂ ਇੰਪਲੋਇਮੈਂਟ ਦੇ ਰਹੇ ਆ ਜਾਂ ਸਟੂਡੈਂਟਸ ਨੂੰ ਬਾਹਰ ਭੇਜ ਰਹੇ ਆ। ਸੋ ਹੁਣ ਕੀਤਾ ਇਹ ਗਿਆ ਕਿ ਉਸੇ ਤਰੀਕੇ ਦੇ ਨਾਲ ਹੀ ਇਹਨੂੰ ਸਕੂਲਸ ਦੀ ਲਾਈਕ ਉਹਨੂੰ ਸ਼੍ਰੇਣੀ 'ਚ ਪਾ ਦਿੱਤਾ ਹੈ, ਸੇਮ ਕੈਟਾਗਰੀ ਦੇ ਵਿੱਚ।
ਸੋ ਜਦ ਤੱਕ ਸਕੂਲ ਬੰਦ ਨੇ ਤਦ ਤੱਕ ਆਈਲੈਟਸ ਇੰਸਟੀਚਿਊਟ ਵੀ ਬੰਦ ਨੇ। ਸੋ ਹੁਣ ਪਰ ਖਬਰਾਂ ਪੜ੍ਹ ਕੇ ਤੁਹਾਨੂੰ ਹਾਸਾ ਆਉਂਦਾ ਬੇਸਿਕਲੀ ਕਿ ਅੰਗਰੇਜ਼ੀ ਪੜ੍ਹਾਉਂਦੀ ਮੈਡਮ ਕਾਬੂ, ਹਵਾਲਾਤ ਵਿੱਚ ਗ੍ਰਿਫਤਾਰ। ਸੋ ਮਤਲਬ ਇਹ ਥੋੜਾ ਹਾਸੋਹੀਣਾ ਹੋ ਜਾਂਦਾ ਬਿਕੋਜ਼ ਤੁਸੀਂ ਐਜੂਕੇਸ਼ਨ ਦਾ ਹਾਲਾਤ ਕੀ ਕਰਤੇ ਆ, ਅਸੀਂ ਕਿੱਥੋਂ ਤੱਕ ਅੱਪੜ ਗਏ ਆ। ਸੋ ਸਾਨੂੰ ਲਾਈਕ ਕੋਈ ਤਰੀਕਾ ਹੈ, ਕੋਈ ਗਾਈਡਲਾਈਨਸ ਹੈ, ਕੋਈ ਲਾਈਕ ਸਾਨੂੰ ਪ੍ਰੀਕਾਸ਼ਨਸ ਦੱਸ ਦੇਣੇ ਚਾਹੀਦੇ ਸੀ ਗਵਰਨਮੈਂਟ ਨੂੰ, ਉਹਨਾਂ ਨੂੰ ਕਿ ਤੁਸੀਂ ਕਿਸ ਤਰੀਕੇ ਨਾਲ ਕਰੋ। ਬਿਕੋਜ਼ ਅਗਰ ਮਾਲਸ ਖੁੱਲ੍ਹ ਸਕਦੇ ਆ, ਮਲਟੀਪਲੈਕਸ ਖੁੱਲ੍ਹ ਸਕਦੇ ਆ, ਲਿਮਟਿਡ ਕੈਪੈਸਿਟੀ ਨਾਲ ਲਾਈਕ ਹੋਟਲਸ ਚੱਲ ਸਕਦੇ ਆ। ਸੋ ਇਹ ਵੀ ਲਿਮਟਿਡ ਕੈਪੈਸਿਟੀ ਨਾਲ ਚੱਲ ਸਕਦੇ ਸੀ ਬਟ ਇਹ ਥੋੜ੍ਹਾ ਜਿਹਾ ਖਤਰਨਾਕ ਰੁੱਖ ਅਖਤਿਆਰ ਕੀਤਾ ਆ। ਸੋ ਅਖਬਾਰ ਦੀਆਂ ਖਬਰਾਂ ਪੜ੍ਹ ਕੇ ਥੋੜ੍ਹਾ ਅਜੀਬ ਲੱਗਦਾ ਆ ਕਿ ਅੰਗਰੇਜ਼ੀ ਪੜ੍ਹਾਉਂਦੇ ਅਧਿਆਪਕ ਕਾਬੂ ਕਰਕੇ ਗ੍ਰਿਫਤਾਰ ਕਰ ਲਏ। ਸੋ ਉਮੀਦ ਕਰਦੇ ਹਾਂ ਇਹ ਸਮਾਂ, ਬਿਕੋਜ਼ ਇਹ ਸਮਾਂ ਆ, ਇਹਦੇ 'ਚ ਕੁਛ ਵੀ ਸੁਣਨਾ ਪੋਸੀਬਲ ਹੈ ਬਿਕੋਜ਼ ਅਲੱਗ-ਅਲੱਗ ਸਮੇਂ 'ਤੇ ਅਸੀਂ ਅਲੱਗ-ਅਲੱਗ ਅਜੀਬ ਖਬਰਾਂ ਸੁਣਦੇ ਰਹੇ ਹਾਂ ਔਰ ਇਹ ਉਹਨਾਂ ਦੇ ਵਿੱਚੋਂ ਇੱਕ ਆ। ਅਗਰ ਕੋਈ ਬਾਹਰ ਜਾ ਰਿਹਾ ਹੈ ਨਾ, ਕਿਸੇ ਨੇ ਪਲਾਨ ਕੀਤਾ, ਵੀਜ਼ਾ ਮਿਲ ਗਿਆ ਆ, ਜੇ ਉਹਨੇ ਫਲਾਈ ਕਰਨ ਤੋਂ ਕਿੰਨਾ ਟਾਈਮ ਪਹਿਲਾਂ ਉਹਨੂੰ ਕੋਵਿਡ ਟੈਸਟ ਕਰਵਾਉਣਾ ਚਾਹੀਦਾ? ਹਾਂ, ਇਹ ਕਾਫੀ ਇੰਪੋਰਟੈਂਟ ਆ ਬਿਕੋਜ਼ ਇਹਦੀ ਲਾਈਕ ਜਿਹੜੀਆਂ ਗਾਈਡਲਾਈਨਸ ਨੇ ਅਲੱਗ ਆ, ਪ੍ਰੈਕਟੀਕੈਲਿਟੀ ਥੋੜ੍ਹੀ ਅਲੱਗ ਆ। ਸੋ ਇਹਦੇ 'ਚ ਕੀ ਆ ਕਿ ਹਮੇਸ਼ਾ ਕਿਹਾ ਜਾਂਦਾ ਕਿ ਤੁਸੀਂ 72 ਘੰਟੇ ਪਹਿਲਾਂ ਸੋ ਫਲਾਈ ਕਰਨਾ, ਉਹ ਤੋਂ 72 ਘੰਟੇ ਦੇ ਵਿੱਚ ਇਸ ਸਮੇਂ ਦੌਰਾਨ ਤੁਹਾਡਾ ਕੋਵਿਡ ਟੈਸਟ ਹੋਇਆ ਹੋਵੇ, ਰਾਈਟ। ਬਟ ਤੁਹਾਡੀ ਫਲਾਈਟ ਅਗਰ ਸਪੋਜ਼ ਕਰੋ ਤੁਸੀਂ ਕੀ ਕੀਤਾ ਕਿ 2 ਦਿਨ ਜਾਣ ਤੋਂ ਪਹਿਲਾਂ ਟੈਸਟ ਕਰਾ ਲਿਆ ਕਿ 3 ਦਿਨ ਮੇਰੀ ਫਲਾਈਟ ਆ, ਸੋ ਚੜ੍ਹਨ ਲਈ ਤਾਂ ਠੀਕ ਆ ਪਰ ਜਦੋਂ ਉਤਰੋਗੇ ਉਦੋਂ ਤੁਹਾਡਾ ਇਹ ਸਮਾਂ ਖਰਾਬ ਹੋ ਗਿਆ ਹੋਵੇਗਾ ਬਿਕੋਜ਼ ਜਦੋਂ ਤੁਸੀਂ ਲੈਂਡ ਕੀਤੇ ਉਹ ਤੋਂ 72 ਘੰਟੇ ਵਾਲਾ ਸਮਾਂ ਕੈਲਕੂਲੇਟ ਹੋਣਾ ਸੀ। ਬਿਕੋਜ਼ ਪ੍ਰੋਟੋਕਾਲ ਕੀ ਆ ਕਿ ਤੁਸੀਂ ਇੱਥੇ ਆਉਣ ਤੋਂ 72 ਘੰਟੇ ਪਹਿਲਾਂ ਟੈਸਟ ਕਰਾਉਣਾ ਆ। ਸੋ ਜਿੰਨਾ ਫਲਾਈਟ ਦੇ ਨੇੜੇ ਤੋਂ ਨੇੜੇ ਟੈਸਟ ਕਰਵਾਓਗੇ ਉਹ ਬਿਹਤਰ ਹੈ। ਸੋ ਜਨਰਲੀ ਅਸੀਂ ਸੋਚਦੇ ਹਾਂ ਕਿ 72 ਘੰਟੇ ਮਤਲਬ 2-3 ਦਿਨ ਪਹਿਲਾਂ ਕਰਾਇਆ ਤਾਂ ਕੰਮ ਓਕੇ ਆ। ਸੋ ਕਈਆਂ ਨੂੰ ਪ੍ਰੈਕਟੀਕਲੀ ਇਸ ਤਰੀਕੇ ਨਾਲ ਵੀ ਇਮੀਗ੍ਰੇਸ਼ਨ ਨਹੀਂ ਮਿਲੀ ਜਾਂ ਕਈਆਂ ਨੂੰ ਲੈਂਡ ਨਹੀਂ ਹੋਣ ਦਿੱਤਾ ਗਿਆ ਬਿਕੋਜ਼ ਜਿਹੜਾ ਤੁਹਾਡਾ ਟੈਸਟ ਆ ਉਹ ਐਕਸਪਾਇਰ ਹੋ ਗਿਆ। ਸੋ ਤੁਸੀਂ 72 ਘੰਟੇ ਪਹਿਲਾਂ ਲੈਂਡ ਕਰਨ ਤੋਂ ਪਹਿਲਾਂ ਕਰਾਉਣਾ ਸੀ। ਸੋ ਜਿਹੜੀ ਸਲਾਹ ਆ ਉਹ ਇਹ ਆ ਕਿ ਤੁਸੀਂ ਜਾਣ ਤੋਂ ਜਿੱਦਣ ਜਾਣਾ ਆ ਉਤੋਂ 1-ਅੱਧਾ ਦਿਨ ਪਹਿਲਾਂ ਅਗਰ ਜਿੰਨਾ ਨੇੜੇ ਤੋਂ ਨੇੜੇ ਹੋ ਸਕਦਾ ਆ ਉਹਨਾਂ ਟੈਸਟ ਕਰਾਓ। ਸੋ ਦੂਰ ਨੂੰ ਮਤ ਜਾਓ ਵੀ ਮੇਰੇ ਕੋਲ ਹਾਲੇ 3 ਦਿਨ ਪਏ ਆ ਤੇ ਮੈਂ ਅੱਜ ਕਰਾ ਲਵਾਂ। ਸੋ ਸਪੋਜ਼ ਕਰੋ ਕੱਲ੍ਹ ਦੀ ਫਲਾਈਟ ਆ ਤਾਂ ਅੱਜ ਟੈਸਟ ਹੋਇਆ ਓਨਾ ਹੀ ਵਧੀਆ ਆ। ਸੋ ਜਿੰਨਾ ਨੇੜੇ ਟੈਸਟ ਕਰਾਓਗੇ ਉਹਦੀ ਵੈਲਿਡਿਟੀ, ਉਹਨੂੰ ਸਮਝਣ ਦਾ ਤਰੀਕਾ, ਬਿਕੋਜ਼ ਪੂਰੀ ਦੁਨੀਆ ਇਸ ਟਾਈਮ ਰੋਬੋਟਿਕ ਫਾਰਮ ਦੇ ਵਿੱਚ ਚੱਲ ਰਹੀ ਆ। ਸੋ ਸਾਰੇ ਪਾਸੇ ਸਾਰੇ ਉਹ ਲਕੀਰ ਦੇ ਫਕੀਰ ਬਣੇ ਹੋਏ ਨੇ ਵੀ ਲਿਖਿਆ ਆ ਆ, ਸਮਝ ਆ, ਪੜ੍ਹਿਆ ਆ। ਸੋ ਜਿਹੜੀ ਲਾਈਨ ਡਰਾ ਕਰਦੀ ਖਾਸ ਕਰਕੇ ਉਹਦੇ ਉੱਪਰ ਚੱਲਣਾ ਸੌਖਾ ਹੁੰਦਾ, ਤੁਸੀਂ ਜਵਾਬਦੇ ਨਹੀਂ ਹੁੰਦੇ ਪਰ ਤੁਹਾਨੂੰ ਆਪਣਾ ਐਡੀਸ਼ਨ ਲੌਜਿਕ ਨਹੀਂ ਲਾਉਣਾ। ਸੋ ਇਸ ਕਰਕੇ ਜਿੰਨੇ ਮਹਿਕਮੇ ਨੇ ਸਾਰੇ ਲਕੀਰ ਦੇ ਫਕੀਰ ਨੇ ਇਸ ਟਾਈਮ। ਸੋ ਇਸ ਕਰਕੇ ਲੌਜਿਕ ਕੋਈ ਕਿਸੇ ਨੇ ਨਹੀਂ ਲਾਉਣਾ। ਸੋ ਤੁਸੀਂ ਵੀ ਲਕੀਰ ਦੇ ਫਕੀਰ ਵਾਲੀ ਡੈਫੀਨੇਸ਼ਨ ਇਹੀ ਹੈ ਕਿ ਜਿੰਨਾ ਨੇੜੇ ਤੋਂ ਨੇੜੇ ਜਾ ਕੇ ਕਰਾਓਗੇ ਓਨਾ ਹੀ ਬਿਹਤਰ ਹੈ ਜੀ ਤੁਹਾਡੇ ਲਈ। ਜਿਵੇਂ ਅਲੱਗ-ਅਲੱਗ ਕੰਟਰੀਜ਼ ਨੇ ਜਿਹੜੀਆਂ ਫਲਾਈਟਸ ਨੇ ਉਹ ਬੈਨ ਕਰਤੀਆਂ ਨਾ, ਤਾਂ ਉੱਥੇ ਦੁਬਈ ਨੇ ਵੀ ਇਹ ਫਲਾਈਟਸ ਜਿਹੜੀਆਂ ਬੈਨ ਕਰਤੀਆਂ, ਉਹਦਾ ਕੀ ਕਾਰਨ ਹੈ? ਯੈਸ, ਦੁਬਈ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਹੈ ਬਿਕੋਜ਼ ਦੁਬਈ ਅਸਲ ਦੇ ਵਿੱਚ ਤੇ ਵਰਲਡ ਟੂਰਿਜ਼ਮ ਕੈਪੀਟਲ ਉਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਕਿ ਪੂਰੀ ਦੁਨੀਆ ਦਾ ਹੌਲੀਡੇਇੰਗ ਲਈ ਉੱਥੇ ਜਾਣ ਲੱਗੇ, ਇਨਵੈਸਟਰਸ ਜਾਣ ਲੱਗੇ। ਸੋ ਦੁਬਈ ਜਗਣ ਬਹੁਤ ਜ਼ਿਆਦਾ ਲੱਗ ਗਿਆ। ਸੋ ਯੈਸ, ਦੁਬਈ ਨੇ ਵੀ ਸਖਤ ਰੁਖ ਅਖਤਿਆਰ ਕੀਤਾ ਹੈ। ਸੋ ਜਿੰਨੇ ਵੀ ਦੁਬਈ ਦੇ ਨੈਸ਼ਨਲ ਜਾਂ ਬਾਹਰੋਂ ਕੋਈ ਵੀ ਆ ਰਿਹਾ ਦੁਬਈ ਦੇ ਵਿੱਚ, ਅਗਰ ਪਿਛਲੇ 14 ਦਿਨ ਦੇ ਵਿੱਚ ਉਹਨਾਂ ਨੇ ਭਾਵੇਂ ਇੰਡੀਆ ਵਰਗੇ ਕਿਸੇ ਇਨਫੈਕਟਡ ਕੰਟਰੀ ਦੇ ਵਿੱਚ ਪੈਰ ਪਾਇਆ ਹੈ, ਸੋ ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ। ਸੋ ਅਗਰ ਕਿਸੇ ਨੇ ਦੁਬਈ ਤੋਂ ਇਲਾਵਾ ਇੰਡੀਆ ਤੋਂ ਇਲਾਵਾ ਕਿਸੇ ਸੈਕੰਡ ਡੈਸਟੀਨੇਸ਼ਨ ਤੋਂ ਵੀ ਆ ਰਹੇ ਆ ਪਰ ਉਸ ਤੋਂ ਪਹਿਲਾਂ ਇੰਡੀਆ ਰਹਿ ਕੇ ਆਏ ਆ ਪਿਛਲੇ 14 ਦਿਨ ਦੇ ਵਿੱਚ ਸੋ ਉਹਨਾਂ ਨੂੰ ਵੀ ਇਸ ਟਾਈਮ ਟਰੈਵਲ ਬੈਨ ਦੀ ਸਥਿਤੀ ਦੇ ਵਿੱਚ ਆ। ਸੋ ਇਸ ਟਾਈਮ ਇੰਡੀਆ ਤੋਂ ਫਲਾਈਟਸ ਤਕਰੀਬਨ ਆਲਮੋਸਟ ਸਾਰੇ ਪਾਸੇ ਨੂੰ ਹੌਲੀ ਬੰਦ ਹੋ ਰਹੀਆਂ ਨੇ। ਸੋ ਇੰਗਲੈਂਡ ਨੂੰ ਚੱਲ ਰਹੀਆਂ ਨੇ ਫਲਾਈਟਸ, ਵੈਸੇ ਜਿਹੜਾ ਮੈਂ ਦੱਸਿਆ ਸੀ ਕਿ ਪ੍ਰੋਟੋਕਾਲ ਨੇ। ਸੋ US ਨੂੰ ਚੱਲ ਰਹੀਆਂ ਨੇ ਵਿਦ ਦਾ ਪ੍ਰੋਟੋਕਾਲ। ਸੋ ਕੈਨੇਡਾ ਨੇ ਸੰਪੂਰਨ ਰੂਪ ਦੇ ਵਿੱਚ ਜਿਹੜੀ ਉਹਦੀ ਪਾਬੰਦੀ ਲਾਈ ਹੈ। ਸੋ ਉਮੀਦ ਕਰਦੇ ਹਾਂ ਕਿ ਥੋੜ੍ਹਾ ਜਿਹੜਾ ਸਾਡਾ ਡਰ ਹੈ ਉਹ ਥੋੜ੍ਹਾ ਜਿਹੜਾ ਅਸੀਂ ਜ਼ਿਆਦਾ ਘਟਾਇਆ ਹੋਇਆ ਐਜ਼ ਏ ਕੰਟਰੀ, ਉਹ ਥੋੜ੍ਹਾ ਬਹੁਤ ਲਾਈਕ ਅਸੀਂ ਉਹਨੂੰ ਸੀਰੀਅਸਲੀ ਲਈਏ ਔਰ ਇਸ ਪ੍ਰੋਬਲਮ ਤੋਂ ਅਸੀਂ ਜਿੰਨੀ ਕੁਇਕਲੀ ਵਾਪਸ ਆਈਏ। ਔਰ ਪੂਰੀ ਦੁਨੀਆ ਵੇਟ ਕਰ ਰਹੀ ਹੈ ਸਾਡੇ ਟੂਰਿਸਟ ਦੀ, ਸਾਡੇ ਇਨਵੈਸਟਰਸ ਦੀ, ਸਾਡੇ ਸਟੂਡੈਂਟਸ ਦੀ, ਸੋ ਸਾਡੇ ਵਰਕਰਸ ਦੀ। ਸੋ ਪੂਰੀ ਦੁਨੀਆ ਨੂੰ ਵੇਟ ਹੈ ਬਿਕੋਜ਼ ਅਸੀਂ ਪੂਰੀ ਦੁਨੀਆ ਨੂੰ ਕਾਈਂਡ ਆਫ ਮੈਨ ਪਾਵਰ ਸਪਲਾਇਰ ਹਾਂ। ਸੋ ਅਸੀਂ ਸਟੂਡੈਂਟ ਸਪਲਾਇਰ ਹਾਂ। ਸੋ ਜਿੱਥੇ ਪੂਰੀ ਦੁਨੀਆ ਸਾਡਾ ਰਾਹ ਵੇਖ ਰਹੀ ਹੈ ਉੱਥੇ ਸਾਡਾ ਸਵਸਥ ਹੋਣਾ, ਤੰਦਰੁਸਤ ਹੋਣਾ ਬਹੁਤ ਲਾਜ਼ਮੀ ਹੈ। ਦਿੱਲੀ ਦੇ ਵਿੱਚ ਕੋਵਿਡ ਬਹੁਤ ਜ਼ਿਆਦਾ ਵਧਿਆ ਹੋਇਆ, ਜਿਹਦੇ ਕਰਕੇ ਜਿਹੜਾ ਕੌਂਸਲਰ ਸੈਕਸ਼ਨ ਹੈ ਦਿੱਲੀ ਦੇ ਵਿੱਚ, ਉਹ ਸਿਰਫ ਅਰਜੈਂਟ ਜਿਹੜੀਆਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਹੀ ਜਿਹੜੀ ਪ੍ਰਕਿਰਿਆ ਦੇ ਵਿੱਚ ਲੈ ਕੇ ਆ ਰਿਹਾ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਯੈਸ, ਦਿੱਲੀ ਕਿਉਂਕਿ ਸੰਪੂਰਨ ਲਾਕਡਾਊਨ ਆ ਔਰ ਅੰਬੈਸੀਜ਼ ਜਿਹੜੀਆਂ ਨੇ, ਹਾਈ ਕਮਿਸ਼ਨ ਨੇ ਉਹ ਦਿੱਲੀ ਦੇ ਵਿੱਚ ਹੈ
ਹਾਲਾਂਕਿ ਬਹੁਤ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਰਿਮੋਟਲੀ ਐਕਸੈਸ ਹੁੰਦੀਆਂ ਔਰ ਬਹੁਤ ਸਾਰੀਆਂ ਐਪਲੀਕੇਸ਼ਨਸ ਜਿਹੜੀਆਂ ਜਿਹਨੂੰ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਜਾਂ ਇਕੱਲੇ ਕੰਪਿਊਟਰ ਫੈਸਲਾ ਕਰਦੇ ਨੇ ਉੱਦਾਂ ਦੀਆਂ ਵੀ ਨੇ, ਬਟ ਫਿਰ ਵੀ ਲਾਕਡਾਊਨ ਆ ਅੰਬੈਸੀ ਫੁੱਲ ਫੰਕਸ਼ਨੈਲਿਟੀ ਦੇ ਵਿੱਚ ਨਹੀਂ ਹੁੰਦੀ, 100% ਵਰਕਿੰਗ ਦੇ ਵਿੱਚ ਨਹੀਂ ਹੁੰਦੀ, ਸੋ ਇਟਸ ਅ ਪਾਰਸ਼ੀਅਲ ਵਰਕਿੰਗ। ਸੋ ਆਬਵੀਅਸਲੀ ਉਹਦੇ 'ਚ ਉਹਨਾਂ ਨੇ ਸਾਫ਼ ਤੌਰ ਰੋਕ ਦੱਸਿਆ ਹੈ ਕਿ ਜਿਹੜੀਆਂ ਐਸੈਂਸ਼ੀਅਲ ਟਰੈਵਲ ਵਾਲੀਆਂ ਨੇ, ਸੋ ਐਸੈਂਸ਼ੀਅਲ ਦੇ ਵਿੱਚ ਫੋਰਨ ਵਰਕਰਸ ਵੀ ਨੇ, ਸਟੂਡੈਂਟਸ ਵੀ ਨੇ, ਸੋ ਲਾਈਕ ਜਿਹੜੇ ਔਰ ਜਿਹੜੀਆਂ ਇਮੀਗ੍ਰੈਂਟਸ ਦੀਆਂ ਜਿਹੜੀਆਂ ਫੈਮਿਲੀ ਕੇਸਿਸ ਨੇ ਉਹ ਵੀ ਐਸੈਂਸ਼ੀਅਲ ਦੇ ਵਿੱਚ ਨੇ। ਸੋ ਆਬਵੀਅਸਲੀ ਅੰਬੈਸੀ ਇਹਨਾਂ ਦੇ ਉੱਪਰ ਕੰਮ ਕਰਦੀ ਰਹੂਗੀ। ਹਾਂ, ਜਿਹੜਾ ਟਾਈਮ ਸੀਗਾ ਕਿ ਜਿੱਦਾਂ ਕਿ ਕਹਿ ਦਿੰਦੇ ਸੀ ਕਿ ਤੁਹਾਨੂੰ 2 ਵੀਕ ਦੇ ਵਿੱਚ ਇਹਦਾ ਡਿਸੀਜ਼ਨ ਮਿਲ ਜੂਗਾ, ਉਹ ਅਨਸਰਟਨ ਹੋ ਗਿਆ ਹੁਣ। ਸੋ ਜਿਹੜੇ ਡਿਸੀਜ਼ਨਸ ਆ ਉਹ ਲੰਬਾ ਸਮਾਂ ਲੈ ਸਕਦੇ ਆ। ਸੋ ਉਮੀਦ ਕਰਦੇ ਆ ਕਿ ਜਿੰਨੀ ਕੁ ਜਲਦੀ ਇਹ ਲਾਕਡਾਊਨ ਦੁਬਾਰਾ ਓਪਨ ਹੋਊਗਾ, ਜਿੰਨਾ ਸਮਾਂ ਲਏਗਾ, ਉਸ ਤੋਂ ਬਾਅਦ ਸਭ ਨੂੰ ਫੁੱਲ ਫਾਰਮ ਦੇ ਵਿੱਚ ਆਉਂਦਿਆਂ 100% ਕੈਪੈਸਿਟੀ ਦੇ ਉੱਪਰ ਕੰਮ ਕਰਦਿਆਂ ਵੀ ਸਮਾਂ ਲੱਗਦਾ ਹੁੰਦਾ ਹੈ, ਬਿਕੋਜ਼ ਇੱਕਦਮ ਹਥਿਆਰ ਛੱਡ ਕੇ ਤੇ ਇੱਕਦਮ ਤੁਸੀਂ ਉਸੇ ਰਫਤਾਰ ਤੇ ਫਿਰ ਲਾਈਕ ਜੰਗ ਸ਼ੁਰੂ ਨਹੀਂ ਕਰ ਸਕਦੇ। ਸੋ ਜਿੱਦਾਂ ਵਾਰਮ ਅਪ ਸ਼ੁਰੂ ਹੁੰਦਾ, ਸੋ ਇਸੇ ਤਰੀਕੇ ਨਾਲ ਤਕਰੀਬਨ ਕੰਮ ਸ਼ੁਰੂ ਹੁੰਦਿਆਂ ਥੋੜਾ ਬਹੁਤ ਰਫਤਾਰ ਪਕੜਦਿਆਂ ਥੋੜਾ ਸਮਾਂ ਲੈਣਗੇ। ਸੋ ਆਬਵੀਅਸਲੀ ਇਸ ਟਾਈਮ ਥੋੜਾ ਬ੍ਰੇਕ ਦੇ ਉੱਪਰ ਪੈਰ ਰੱਖਿਆ ਗਿਆ ਆ ਔਰ ਇਹਦਾ ਅਸਰ ਤੁਹਾਨੂੰ ਦੂਰ ਤੱਕ ਦਿਸੇਗਾ। ਉਮੀਦ ਕਰਦੇ ਹਾਂ ਬ੍ਰੇਕ ਛੱਡ ਕੇ ਐਕਸੀਲੇਟਰ ਉੱਪਰ ਪੈਰ ਦੁਬਾਰਾ ਆਵੇ ਤੇ ਰਫਤਾਰ ਜਿੱਦਾਂ ਦੀ ਸੀ ਉਸੇ ਤਰੀਕੇ ਦੀ ਪਹਿਲਾਂ ਫੜ ਲਵੇ ਜ਼ਿੰਦਗੀ। ਜੀ ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਹੁਣ ਕਿ ਕੋਵਿਡ ਦੇ ਕਰਕੇ ਥੋੜੀਆਂ ਮੁਸ਼ਕਲਾਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰ ਸਟੂਡੈਂਟਸ ਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪਿੱਛੇ ਜਿਹੜਾ 24th ਵਾਲਾ ਆਇਲਸ ਟੈਸਟ ਸੀਗਾ ਉਹ ਕੈਂਸਲ ਹੋ ਗਿਆ, ਸੋ ਉਹਦੀਆਂ ਕੋਈ ਨਿਊ ਡੇਟ ਜਿਹੜੀਆਂ ਨੇ ਉਹ ਦਿੱਤੀਆਂ ਨੇ ਜਾਂ ਫਿਰ ਇਹਦਾ ਕੀ ਕਾਰਨ ਹੋ ਸਕਦਾ? ਆਇਲਟਸ ਬੇਸਿਕਲੀ ਇਸ ਟਾਈਮ ਹੌਟ ਮੁੱਦਾ ਆ। ਮੈਂ ਭੁੱਲ ਗਿਆ ਪਹਿਲਾਂ ਦੇ ਉੱਪਰ ਥੋੜੀ ਚਰਚਾ ਕਰਨੀ, ਬਿਕੋਜ਼ ਆਇਲਟਸ ਇੱਕ ਐਸਾ ਮੁੱਦਾ ਆ ਕਿ ਪੂਰੀ ਦੁਨੀਆ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ ਸੀਟਸ ਨਹੀਂ ਮਿਲ ਰਹੀਆਂ। ਸੋ ਪੂਰਾ ਕੈਨੇਡਾ ਦੇ ਜਿੰਨੇ ਸਟੂਡੈਂਟਸ ਨੇ, ਜਿੰਨੇ ਵਰਕਰਸ ਨੇ, ਜਿੰਨੇ ਐਸੈਂਸ਼ੀਅਲ ਕਮਿਊਨਿਟੀ ਵਾਲੇ ਵਰਕਰਸ ਜਾਂ ਜਿਹੜੇ ਹੈਲਥ ਵਰਕਰ ਸੀ, ਉਹ ਸਾਰੇ ਅੱਜ ਕੱਲ੍ਹ ਡੇਟਸ ਬੁੱਕ ਕਰਨ ਦੇ ਉੱਪਰ ਲੱਗੇ ਨੇ। ਔਰ ਕਿਤੇ ਕਿਸੇ ਪ੍ਰੋਵਿੰਸ ਵਿੱਚ, ਕਿਸੇ ਸਿਟੀ ਦੇ ਵਿੱਚ ਕਿਤੇ ਨਾ ਕੋਈ ਤਰੀਕ ਖੁੱਲ੍ਹਦੀ ਹੈ। ਬਹੁਤ ਸਾਰੇ ਸਟੂਡੈਂਟਸ ਕੈਨੇਡਾ ਤੋਂ ਅਮਰੀਕਾ ਜਾ ਕੇ, ਔਰ ਕੁਝ ਬੱਚਿਆਂ ਦੀ ਤੇ ਇੱਥੋਂ ਤੱਕ ਮੇਰੇ ਨਾਲ ਗੱਲਾਂ ਬਾਤਾਂ ਹੋਈਆਂ ਕਿ ਉਹ ਇੰਡੀਆ ਆ ਕੇ ਪੇਪਰ ਦੇਣ ਨੂੰ ਤਿਆਰ ਸੀ। ਸੋ ਕਈਆਂ ਨੇ ਬੁੱਕ ਕੀਤੇ, ਮਤਲਬ ਉਹ ਵੀ ਅੱਧ ਵਿਚਾਲੇ ਰਹਿ ਗਏ ਬਿਕੋਜ਼ ਫਲਾਈਟਸ ਕੈਂਸਲ ਹੋ ਗਈਆਂ ਹੁਣ। ਹਾਂ, ਔਰ ਇਸੇ ਚੀਜ਼ ਨੂੰ ਲਾਕਡਾਊਨ ਨੂੰ ਵੇਖ ਕੇ, ਪੰਜਾਬ ਦੇ ਲਾਕਡਾਊਨ ਨੂੰ ਵੇਖਦੇ ਹੋਏ ਜਿਹੜਾ 24 ਤਰੀਕ ਦੀਆਂ ਆਇਲਟਸ ਦੀਆਂ ਜਿਹੜੀਆਂ ਕਲਾਸਿਸ ਸੀਗੀਆਂ ਉਹ ਵੀ ਕੈਂਸਲ ਕਰ ਦਿੱਤੀਆਂ ਗਈਆਂ। ਪਰ ਇੱਥੇ ਹਾਲੇ ਆਇਲਟਸ ਕੈਂਸਲ ਨਹੀਂ ਕੀਤੇ, ਆਇਲਟਸ ਦੀ ਟੀਚਿੰਗ ਟ੍ਰੇਨਿੰਗ ਬੰਦ ਹੋਈ ਹੈ। ਸੋ ਜਿਹੜੀ ਆਇਲਟਸ ਦੀ ਟੀਚਿੰਗ ਟ੍ਰੇਨਿੰਗ ਆ ਉਹਦੇ ਉੱਪਰ ਵਿਰਾਮ ਜ਼ਰੂਰ ਲੱਗਾ, ਉਹਦੇ ਉੱਪਰ ਫੁੱਲ ਸਟਾਪ ਲੱਗਾ ਹੈ। ਪਰ ਜਿਹੜੇ ਆਇਲਟਸ ਦਾ ਟੈਸਟ ਕੰਡਕਟ ਕਰ ਰਹੇ ਆ, ਬਿਕੋਜ਼ ਉਹ ਨਿਯਮਾਂ ਦਾ ਪਾਲਣ ਕਰਕੇ ਉਹ ਟੈਸਟ ਲੈ ਸਕਦੇ ਆ। ਸੋ ਉਸ ਤੋਂ ਅਗਲੀਆਂ ਸਾਰੀਆਂ ਤਰੀਕਾਂ ਬੱਚਿਆਂ ਦੇ ਪੇਪਰ ਦੇਣ ਵਾਲੀਆਂ ਉਹ ਸਾਰੀਆਂ ਖੁੱਲ੍ਹ ਗਈਆਂ ਨੇ। ਸੋ ਕੈਨੇਡਾ ਦੇ ਵਿੱਚ ਵੀ ਜਿਹੜੇ ਸਟੂਡੈਂਟਸ ਭਰ ਰਹੇ ਨੇ ਉਹਨਾਂ ਨੂੰ ਵੀ ਇਸ ਟਾਈਮ ਲਾਈਕ ਆਈ ਬੁੱਕ ਦਾ ਡੇਟ ਅੱਜ ਵੀ ਕੋਈ ਜੂਨ ਜੁਲਾਈ ਦੀਆਂ ਤਰੀਕਾਂ ਮਿਲ ਜਾਂਦੀਆਂ ਨੇ ਵਿੱਚ। ਹਾਲਾਂਕਿ ਉਹ ਸਟੂਡੈਂਟਸ ਨੂੰ 100% ਉਹ ਤਰੀਕਿਆਂ ਦਾ ਨਹੀਂ ਪਤਾ ਲੱਗਦਾ ਕਈ ਵਾਰੀ। ਸੋ ਕੈਨੇਡਾ ਦੇ ਵਿੱਚ ਬਿਕੋਜ਼ ਸਟੂਡੈਂਟਸ ਦੀ ਲੋੜ ਬਹੁਤ ਜ਼ਿਆਦਾ ਆ, ਹੁਣ ਆਇਲਟਸ ਦੀਆਂ ਤਰੀਕਾਂ ਬੁੱਕ ਕਰਨ ਦੀ ਮਾਰ ਧਾੜ ਬਹੁਤ ਜ਼ਿਆਦਾ ਮਚੀ ਆ। ਔਰ ਉੱਥੇ ਵੀ ਜਿਹੜੇ ਤਰੀਕਾਂ ਬੁੱਕ ਕਰਦੇ ਜਿਹੜੇ ਜਾਣਕਾਰ ਨੇ, ਜਿਨ੍ਹਾਂ ਨੂੰ ਤਰੀਕੇ ਆਉਂਦੇ ਆ, ਉਹ ਬਹੁਤ ਪੈਸੇ ਬਣਾ ਰਹੇ ਨੇ। ਸੋ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟਸ ਨੂੰ ਆਇਲਟਸ ਬੁੱਕ ਕਰਨ 'ਚ ਪ੍ਰੋਬਲਮ ਆ ਰਹੀ ਹੈ, ਤੁਸੀਂ ਇਸ ਲਿੰਕ ਦੇ ਉੱਪਰ ਜਾ ਕੇ ਉਹਨੂੰ ਚੈੱਕ ਕਰੋ। ਬਹੁਤ ਕੁਇਕਲੀ ਤੁਸੀਂ ਆਇਲਟਸ ਦੇ ਜਿਹੜੇ ਆਪਣੇ ਟੈਸਟ ਖੁਦ ਬੁੱਕ ਕਰੋਗੇ ਔਰ ਤੁਹਾਨੂੰ ਕਿਸੇ ਨੂੰ ਕੋਈ ਫਾਲਤੂ ਪੈਸੇ ਦੇਣ ਦੀ ਲੋੜ ਨਹੀਂ। ਇਹ ਇੱਕ ਐਸਾ ਲਿੰਕ ਹੈ ਜਿਹਦੇ ਤੁਹਾਨੂੰ ਮਲਟੀਪਲ ਲੋਕੇਸ਼ਨਸ ਇਮੀਡੀਏਟਲੀ ਇੱਕੋ ਸਾਈਟ ਦੇ ਉੱਪਰ ਮਿਲ ਜਾਣਗੀਆਂ ਔਰ ਇਹ ਓਫੀਸ਼ੀਅਲ ਸਾਈਟ ਹੈ। ਇਟ ਇਜ਼ my.ilsessentials.com/IELTS। ਸੋ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਔਰ ਤੁਹਾਨੂੰ ਮੈਸੇਜ ਇਨਬਾਕਸ ਦੇ ਵਿੱਚ ਅਸੀਂ ਪਾ ਵੀ ਦੇਵਾਂਗੇ ਤਾਂ ਕਿ ਤੁਸੀਂ ਆਪਣੇ ਦਾ ਲਿੰਕ ਚੈੱਕ ਵੀ ਕਰ ਲਓ। ਸੋ my.ilsessentials.com/IELTS। ਸੋ ਇਸ ਲਿੰਕ ਦੇ ਉੱਪਰ ਜਾਓਗੇ ਤੁਸੀਂ ਕੈਨੇਡਾ ਦੀਆਂ तमाम ਲੋਕੇਸ਼ਨਸ, तमाम ਸਿਟੀ ਦੀਆਂ ਲੋਕੇਸ਼ਨਸ, ਔਰ ਇਹ ਯੂਨੀਵਰਸਲ ਪੋਰਟਲ ਆ ਬੇਸਿਕਲੀ। ਲਾਈਕ ਤੁਸੀਂ ਆਪੋ ਆਪਣੇ ਮੁਲਕ ਦੇ ਜਿਹੜੇ ਆਇਲਟ ਸੈਂਟਰ ਸਿਰਫ ਉਹਨਾਂ ਦੇ ਤੁਹਾਡੇ ਕੋਲ ਲਿੰਕ ਹੁੰਦੇ ਆ। ਸੋ ਇਹ तमाम ਤੁਸੀਂ ਜਿਹੜੇ ਵੀ ਯੂਨੀਵਰਸਿਟੀ ਕਾਲਜ, ਕਿਸੇ ਵੀ ਕਾਲਜ ਦੇ ਵਿੱਚ, ਕਿਸੇ ਵੀ ਜਗ੍ਹਾ ਦੇ ਉੱਪਰ ਜਿਹੜਾ ਵੀ ਕੋਈ ਟੈਸਟ ਕੰਡਕਟ ਹੁੰਦਾ, ਉਹ ਸਾਰੇ ਤੁਹਾਨੂੰ ਇਸ ਲਿੰਕ ਦੇ ਵਿੱਚ ਮਿਲ ਜਾਣਗੇ। ਸੋ ਉਮੀਦ ਕਰਦੇ ਹਾਂ ਤੁਸੀਂ ਇਸ ਤੋਂ ਆਪਣਾ ਆਇਲਟਸ ਕੁਇਕਲੀ ਬੁੱਕ ਕਰ ਪਾਓਗੇ ਔਰ ਜਿਹੜੀ ਤੁਸੀਂ ਆਪਣੀ PR ਪਾਉਣੀ ਚਾਹੁੰਦੇ ਹੋ ਉਹਦੇ ਲਈ ਇਹ ਸਹਾਈ ਹੋ ਸਕਦਾ ਹੈ। ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਪੰਜਾਬ ਅਬਰੋਡ ਤੇ ਅਸੀਂ ਅੱਜ ਗੱਲਬਾਤ ਕੀਤੀ ਹੈ ਕਿ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਾਸਤੇ ਕੀ ਸੋਲਿਊਸ਼ਨ ਜਿਹੜੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਸੋ ਉਹ ਸਾਰੇ ਸੋਲਿਊਸ਼ਨ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਉਹ ਸੋਲਿਊਸ਼ਨ ਮਿਲ ਗਏ ਹੋਣਗੇ ਤੇ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਿਲਕੁਲ ਉਹਨਾਂ ਦਾ ਵੀ ਸੋਲਿਊਸ਼ਨ ਹੋ ਜਾਏਗਾ। ਤੁਸੀਂ ਉਹਨਾਂ ਨੂੰ ਹੱਲ ਕਰ ਪਾਓਗੇ ਤੇ ਆਪਣੀਆਂ ਜਿਹੜੀਆਂ ਡੈਸਟੀਨੇਸ਼ਨਸ ਨੇ ਉਹਨਾਂ ਨੂੰ ਪ੍ਰਾਪਤ ਕਰਨ ਦੇ ਵਾਸਤੇ, ਉੱਥੇ ਪਹੁੰਚਣ ਦੇ ਵਾਸਤੇ ਬਹੁਤ ਹੀ ਜ਼ਿਆਦਾ ਸੁਖਾਲਾ ਰਸਤਾ ਜਿਹੜਾ ਤੁਹਾਨੂੰ ਮਿਲ ਗਿਆ ਹੋਵੇਗਾ। ਸੋ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਸਨ ਰਾਇਲ ਟਰੈਵਲਸ ਤੋਂ ਅਰਵਿੰਦਰਪਾਲ ਜੀ। ਸਰ ਪ੍ਰੋਗਰਾਮ ਦੇ ਵਿੱਚ ਆਉਣ ਦੇ ਵਾਸਤੇ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।